ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਉੱਪਰ। ਅੱਜ ਅਸੀਂ ਲਿਖਣ ਕੌਸ਼ਲ ਕਰਨ ਵਾਲੇ ਹਾਂ ਜਿਹੜੇ ਸਟੂਡੈਂਟ ਪੀਐਸ ਟੈਟ ਜਾਂ ਫਿਰ ਸੀ ਟੈਟ ਦੀ ਤਿਆਰੀ ਕਰ ਰਹੇ ਨੇ। ਉਹਨਾਂ ਦੇ ਲਈ ਇਹ ਜਿਹੜੇ ਲੈਕਚਰ ਨੇ, ਥਿਊਰੀ ਲੈਕਚਰ ਬਹੁਤ ਹੀ ਜ਼ਰੂਰੀ ਨੇ। ਇਸ ਤੋਂ ਪਹਿਲਾਂ ਅਸੀਂ ਵਾਚਨ ਕੌਸ਼ਲ ਕਰ ਚੁੱਕੇ ਹਾਂ, ਸਮਝਣ ਕੌਸ਼ਲ, ਸੁਣਨ ਕੌਸ਼ਲ ਕਰ ਚੁੱਕੇ ਹਾਂ, ਸਾਰੇ ਹੀ ਕੌਸ਼ਲ। ਅੱਜ ਦਾ ਆਪਣਾ ਲਾਸਟ ਹੈ, ਆਖਰੀ ਹੈ ਲਿਖਣ ਕੌਸ਼ਲ, ਤੇ ਆਪਾਂ ਇਸ ਨੂੰ ਅੰਗਰੇਜ਼ੀ ਦੇ ਵਿੱਚ ਕਵਾਂਗੇ ਟੀਚਿੰਗ ਆਫ ਰਾਈਟਿੰਗ ਸਕਿੱਲ। ਜੀ, ਲਿਖਣ ਕੌਸ਼ਲ। ਆਪਾਂ ਨੂੰ ਪਤਾ ਹੈ ਭਾਸ਼ਾ ਦੇ ਕਿੰਨੇ ਕੌਸ਼ਲ ਨੇ, ਆਪਾਂ ਨੂੰ ਪਤਾ ਹੈ ਭਾਸ਼ਾ ਦੇ 4 ਕੌਸ਼ਲ ਨੇ, ਤੇ ਚਾਰੋਂ ਨੂੰ ਆਪਾਂ ਡਿਟੇਲ ਦੇ ਨਾਲ ਇੱਕ ਇੱਕ ਕਰਕੇ ਪੜ੍ਹ ਚੁੱਕੇ ਹਾਂ। ਅੱਜ ਆਪਣਾ ਆਖਰੀ ਹੈ ਲਿਖਣ ਕੌਸ਼ਲ। ਤਾਂ ਲਿਖਣ ਕੌਸ਼ਲ ਬਾਰੇ ਜਾਣਦੇ ਹਾਂ। ਤਾਂ ਲਿਖਣ ਕੌਸ਼ਲ ਦਾ ਕੀ ਮਹੱਤਵ ਹੈ, ਇਹਨੂੰ ਕਿੰਨੇ ਰੂਪਾਂ ਦੇ ਵਿੱਚ ਵੰਡਿਆ ਹੋਇਆ, ਉਹੀ ਜਾਣਦੇ ਆ। ਕਿ ਭਾਸ਼ਾ ਦੇ 2 ਮੁੱਖ ਰੂਪ ਨੇ। ਆਪਾਂ ਨੂੰ ਸਭ ਨੂੰ ਪਤਾ ਹੈ ਕਿ ਭਾਸ਼ਾ ਦੇ ਕਿੰਨੇ ਰੂਪ ਨੇ, 2 ਨੇ। ਮੈਂ ਤੁਹਾਨੂੰ ਬਹੁਤ ਵਾਰ ਦੱਸ ਚੁੱਕਿਆ, ਮੌਖਿਕ ਤੇ ਲਿਖਤ। ਹਾਂਜੀ, ਸ਼ਾਮ ਨੂੰ ਤੁਸੀਂ ਲਾਈਵ ਕਲਾਸਾਂ ਲਗਾ ਸਕਦੇ ਹੋ, ਲਾਈਵ ਸੈਸ਼ਨ ਚੱਲਦੇ ਨੇ ਸਾਡੇ ਪੰਜਾਬੀ ਪੈਡਾਗੋਜੀ ਦਾ 8 ਵਜੇ। ਉਹਦੇ ਵਿੱਚ ਆਪਾਂ MCQ ਡਿਸਕਸ ਕਰਦੇ ਹਾਂ। ਦੇਖੋ ਜੀ, ਇਹਦੇ ਵਿੱਚ ਕੀ ਗੱਲ ਕੀਤੀ ਗਈ ਆ ਕਿ ਭਾਸ਼ਾ ਦੇ 2 ਰੂਪ ਨੇ, ਮੌਖਿਕ ਤੇ ਲਿਖਤ। ਆਪਾਂ ਨੂੰ ਸਭ ਨੂੰ ਪਤਾ ਹੈ। ਉਸ ਤੋਂ ਬਾਅਦ ਮੌਖਿਕ ਰੂਪ ਵਿੱਚ ਸੁਣਨ, ਬਹੁਤ ਵਾਰੀ ਕਰਾ ਚੁੱਕਾ, ਸੁਣਨ ਤੇ ਸਮਝਣ। ਸੁਣਨਾ, ਸਮਝਣਾ ਅਤੇ ਪੜ੍ਹਨਾ ਹੁੰਦਾ, ਇਹ ਸ਼ਾਮਲ ਹੁੰਦੇ ਆ ਮੌਖਿਕ ਦੇ ਵਿੱਚ, ਜਿਹਦੇ ਨਾਲ ਆਪਾਂ ਬੋਲ ਸਕਦੇ ਆ। ਪਰੰਤੂ ਜਿਹੜਾ ਆਖਰੀ ਬਚਦਾ ਹੈ ਆਪਣਾ ਕੀ ਆ, ਜਿਸ ਦੀ ਵਿਚਾਰ ਚਰਚਾ ਅਸੀਂ ਪਿੱਛੇ ਕਰ ਆਏ ਹਾਂ, ਤੇ ਇਹੀ ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਨੂੰ। ਲਿਖਤ ਰੂਪ ਵਿੱਚ ਭਾਵਾਂ ਜਾਂ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਲਈ ਕਿਸੇ ਲਿਪੀ ਦੀ, ਅੱਖਰਾਂ ਦੀ, ਧੁਨੀਆਂ ਦੀ, ਸੰਕੇਤਾਂ, ਚਿੰਨ੍ਹਾਂ ਜਾਂ ਪ੍ਰਯੋਗਾਂ ਦੇ ਰੂਪ ਵਿੱਚ ਲਿਆ ਜਾਂਦਾ। ਜਿਵੇਂ ਕਿ ਆਪਾਂ ਲਿਪੀ, ਜਦੋਂ ਭਾਸ਼ਾ ਨੂੰ ਲਿਪੀਬੰਦ ਕੀਤਾ ਜਾਂਦਾ, ਉਹਦਾ ਲਿਖਤੀ ਰੂਪ ਸਾਹਮਣੇ ਆਉਂਦਾ। ਉਸੇ ਤਰ੍ਹਾਂ ਹੀ ਅੱਖਰਾਂ ਦੇ ਵਿੱਚ ਵਰਤਦੇ ਆ, ਧੁਨੀਆਂ ਨੂੰ ਵਰਤਦੇ ਆ, ਲਿਖਤ ਦੇ ਵਿੱਚ ਸੰਕੇਤਾਂ ਨੂੰ ਵਰਤਦੇ ਆ, ਚਿੰਨ੍ਹਾਂ ਨੂੰ ਵਰਤਦੇ ਆ। ਇਸ ਤਰ੍ਹਾਂ ਦੀਆਂ ਬਹੁਤ ਵੱਖ-ਵੱਖ ਜਿਹੜੇ ਕਿ ਆਪਣੇ ਅੱਗੇ ਅੱਖਰ ਨੇ, ਲਿਪੀਆਂ ਨੇ, ਧੁਨੀਆਂ ਨੇ, ਉਹਨਾਂ ਨੂੰ ਵਰਤ ਕੇ ਆਪਾਂ ਲਿਖਣ ਕੌਸ਼ਲ ਨੂੰ ਪੂਰਾ ਕਰਦੇ ਹਾਂ। ਲਿਖਣ ਕੌਸ਼ਲ ਦਾ ਕੀ ਮਤਲਬ ਹੈ ਵੀ ਆਪਾਂ ਉਹ ਚੀਜ਼ ਲਿਖ ਵੀ ਸਕੀਏ ਤੇ ਉਸ ਨੂੰ ਉਚਾਰ ਵੀ ਸਕੀਏ, ਮਤਲਬ ਵਾਚਨ ਵੀ ਕਰ ਸਕੀਏ। ਵਾਚਨ ਤੇ ਉਚਾਰਨ ਦੇ ਵਿੱਚ ਫਰਕ ਹੈ, ਪਰ ਤੁਹਾਨੂੰ ਫਰਕ ਜਦੋਂ ਪਤਾ ਲੱਗ ਗਿਆ ਨਾ, ਤੁਹਾਡਾ ਕੋਈ ਵੀ MCQ ਗਲਤ ਨਹੀਂ ਹੋਣਾ। ਇੱਥੇ ਦੇਖੋ ਕਿ ਲਿਖਣ ਇੱਕ ਕਲਾ ਹੈ। ਲਿਖਣ ਕੀ ਇੱਕ ਕਲਾ ਹੈ। ਲਿਖਣਾ, ਸੋਹਣਾ ਲਿਖਣਾ, ਇਹੀ ਹੈ ਨਾ ਕੌਸ਼ਲ, ਮਤਲਬ ਸ਼ੁੱਧ ਲਿਖਣਾ। ਇੱਕ ਤਾਂ ਦੇਖੋ ਇਹਦਾ ਮਤਲਬ ਕਿ ਸ਼ੁੱਧ ਲਿਖਣਾ ਇੱਕ ਤਾਂ ਹੈ, ਉਹਦੇ ਨਾਲ ਕਿ ਸ਼ੁੱਧ ਉਚਾਰਨਾ ਜਾਂ ਵਾਚਨ, ਸੌਰੀ ਇਹ ਉਚਾਰਨ ਨਹੀਂ ਕਹੂੰਗਾ ਇੱਥੇ ਮੈਂ, ਵਾਚਨ ਕਹੂੰਗਾ, ਸ਼ੁੱਧ ਵਾਚਨ ਕਰ ਸਕੀਏ, ਇਹੀ ਤਾਂ ਮਤਲਬ ਹੈ ਨਾ। ਉਸੇ ਕਰਕੇ ਲਿਖਣ ਇੱਕ ਕਲਾ ਹੈ, ਜਿਸ ਵਿੱਚ ਸਰੀਰਕ ਅੰਗਾਂ ਤੇ ਮਾਨਸਿਕ ਪੱਧਰ ਤੇ ਦੋਨਾਂ ਦਾ ਇਹੀ ਕੰਮ ਹੁੰਦਾ। ਸਰੀਰਕ ਅੰਗ ਜਿਹੜੇ ਕਿ ਤੁਹਾਨੂੰ ਦੱਸਿਆ ਬਹੁਤ ਵਾਰੀ, ਸਰੀਰਕ ਅੰਗ ਜਿੱਦਾਂ ਕਿ ਮੂੰਹ ਹੋ ਗਿਆ, ਨੱਕ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਮਾਨਸਿਕ ਪੱਧਰ, ਜਿਹੜਾ ਕਿ ਮਾਨਸਿਕ ਬੱਚਿਆਂ ਦੇ ਜਿਸ ਦੇ ਪੱਧਰ ਦੇ ਅਨੁਸਾਰ ਉਹ ਕੀ ਕਰ ਸਕੇ, ਆਪਣੇ ਵਿਚਾਰ ਸਾਂਝੇ ਕਰ ਸਕੇ, ਉਦਾਂ ਦੀ ਸੋਚ ਰੱਖ ਸਕੇ, ਤੇ ਉਸਨੂੰ ਲਿਖ ਸਕੇ, ਆਪਣੇ ਵਿਚਾਰਾਂ ਨੂੰ ਕਿਸੇ ਅੱਗੇ ਲਿਖ ਕੇ ਪ੍ਰਗਟ ਕਰ ਸਕੇ। ਇਹੀ ਚੀਜ਼ਾਂ ਤਾਂ ਕੀ ਹੈਗੀਆਂ ਕਿ ਦੋਨੋਂ ਹੀ ਕੰਮ ਬਹੁਤ ਜ਼ਰੂਰੀ ਨੇ। ਉਸੇ ਤਰ੍ਹਾਂ ਲਿਖਣ ਵਿੱਚ ਸੁਡੌਲ ਤੇ ਸੁੰਦਰ ਲਿਖਣਾ ਸ਼ਾਮਲ ਹੈ। ਦੇਖੋ, ਲਿਖਣ ਦਾ ਮਤਲਬ ਕੀ ਹੈ, ਸੁੰਦਰ ਲਿਖ ਸਕੀਏ। ਸੁੰਦਰ ਲਿਖਾਂਗੇ ਤਾਂ ਹੀ ਉਹਦੇ ਅੰਦਰ ਪ੍ਰਭਾਵਿਤ ਹੋਏਗਾ ਨਾ। ਸੁੰਦਰ ਲਿਖਣਾ ਹੀ ਉਸਦਾ ਜਿਹੜਾ ਮਤਲਬ ਹੈ। ਕਿ ਸੁੰਦਰ ਇਹ ਨਹੀਂ ਮਤਲਬ ਕਿ ਕੱਲਾ ਸੁੰਦਰ ਲਿਖ ਲਿਆ ਤੇ ਲਿਖਣ ਕੌਸ਼ਲ ਪੂਰਾ ਹੋ ਗਿਆ, ਨਹੀਂ, ਇਹ ਕਦੇ ਨਹੀਂ ਹੋਣਾ। ਲਿਖਣ ਕੌਸ਼ਲ ਦਾ ਮਤਲਬ ਹੈ ਜਿੱਥੇ ਕਿ ਲਿਖ ਸਕੀਏ, ਜਿੱਥੇ ਕੀ ਆ, ਜਿੱਥੇ ਕਿ ਲਿਖ ਸਕੀਏ, ਮਤਲਬ ਕਿ ਲਿਖ ਲੈਣਾ ਹੈ ਤੇ ਨਾਲ ਵਾਚਨ ਕਰਨਾ ਹੈ। ਲਿਖਣਾ ਤੇ ਵਾਚਨ ਕਰਨਾ, ਤੇ ਇਹੀ 2 ਚੀਜ਼ਾਂ ਨੂੰ ਮਿਲਾ ਕੇ ਆਪਣਾ ਜਿਹੜਾ ਕੌਸ਼ਲ ਪੂਰਾ ਹੁੰਦਾ, ਉਹ ਹੁੰਦਾ ਲਿਖਣ ਕੌਸ਼ਲ। ਤਾਂ ਹੁਣ ਇੱਥੇ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਲਿਖਣ ਕੌਸ਼ਲ ਦਾ ਕੀ ਮਤਲਬ ਹੈ। ਠੀਕ ਹੈ ਜੀ, ਹੁਣ ਮੈਂ ਤੁਹਾਨੂੰ ਦੱਸ ਚੁੱਕਿਆ ਲਿਖਣ ਕੌਸ਼ਲ ਦਾ ਮਤਲਬ ਹੈ ਜਿੱਥੇ ਆਪਾਂ ਲਿਖ ਸਕੀਏ ਤੇ ਉਸਦਾ ਵਾਚਨ ਕਰ ਸਕੀਏ, ਉਹ ਵੀ ਸ਼ੁੱਧ ਰੂਪ ਦੇ ਵਿੱਚ। ਦੇਖੋ, ਭਾਸ਼ਾ ਨੂੰ ਲਿਪੀਬੰਦ ਕਿਉਂ ਕੀਤਾ ਜਾਂਦਾ, ਬਹੁਤ ਵਾਰੀ ਪੁੱਛਿਆ ਜਾਂਦਾ ਇਹ। ਭਾਸ਼ਾ ਨੂੰ ਲਿਪੀਬੰਦ ਤਾਂ ਕੀਤਾ ਜਾਂਦਾ ਜੋ ਕਮੀਆਂ ਨੇ, ਜੋ ਅਸ਼ੁੱਧੀਆਂ ਨੇ, ਕਮੀਆਂ ਨੇ, ਅਸ਼ੁੱਧੀਆਂ ਨੇ, ਉਹ ਦੂਰ ਹੋ ਜਾਣ। ਕਿਸ ਦੇ ਕਰਕੇ ਦੂਰ ਹੋਣਗੀਆਂ? ਉਹ ਦੂਰ ਵਿਆਕਰਨ ਕਰਕੇ ਹੋਣਗੀਆਂ ਨਾ। ਆਪਾਂ ਲਿਖਤੀ ਰੂਪ ਲੈ ਆਏ ਤਾਂ ਉਹਦੇ ਵਿੱਚ ਵਿਆਕਰਨ ਦੀ ਲੋੜ ਪਵੇਗੀ ਨਾ। ਵਿਆਕਰਨ ਕੀ ਇੱਕ ਨਿਯਮਾਂ ਦਾ ਨਿਯਮ ਹੈ, ਉਹਦੇ ਵਿੱਚ ਨਿਯਮਾਂ ਦੀ ਕਿਤਾਬ ਹੈ, ਉਸ ਨੂੰ ਪੜ੍ਹਦੇ ਹਾਂ ਵਿਆਕਰਨ ਨੂੰ, ਜਿਹੜੀ ਕਿ ਆਪਾਂ ਸ਼ੁਰੂ ਕਰ ਦਿੰਦੇ ਹਾਂ 6 ਤੋਂ 6ਵੀਂ ਤੋਂ ਲੈ ਕੇ ਉਸ ਤੋਂ ਅੱਪ ਤੱਕ, ਕਲਾਸ ਤੱਕ। ਠੀਕ ਹੈ, ਇਹ ਚੀਜ਼ਾਂ ਹੀ ਡਿਸਕਸ ਕੀਤੀਆਂ। ਹੁਣ ਤੁਹਾਨੂੰ ਲਿਖਣ ਕੌਸ਼ਲ ਦੇ ਬਾਰੇ ਪਤਾ ਲੱਗ ਗਿਆ ਹੋਣਾ। ਫਿਰ ਤੋਂ ਮੈਂ ਦੱਸ ਦਿੰਦਾ ਕਿ ਲਿਖਣ ਕੌਸ਼ਲ ਦਾ ਮਤਲਬ ਕੀ ਹੈ। ਲਿਖਣ ਕੌਸ਼ਲ ਦਾ ਮਤਲਬ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਲਿਖ ਕੇ
ਉਹਦਾ ਜਿਹੜਾ ਸਹੀ ਉਚਾਰਨ ਕਰ ਸਕੀਏ, ਕੀ ਜਿਸ ਨੂੰ ਆਪਾਂ ਲਿਖ ਸਕੀਏ ਉਹਦਾ ਸਹੀ ਉਚਾਰਨ ਕਰ ਸਕੀਏ। ਉਹੀ ਚੀਜ਼ਾਂ ਡਿਸਕਸ ਕੀਤੀਆਂ ਨੇ। ਹੁਣ ਅਗਰ ਕਿਸੇ ਦਾ ਕੋਈ ਡਾਊਟ ਹੈ ਤਾਂ ਉਹ ਸਾਨੂੰ ਕਮੈਂਟ ਦੇ ਵਿੱਚ ਪੁੱਛ ਸਕਦੇ ਆ। ਸਾਡਾ WhatsApp ਗਰੁੱਪ ਹੈ, ਉਹ ਜੁਆਇਨ ਕਰ ਸਕਦੇ ਨੇ। ਉਹਦੇ ਵਿੱਚ ਅਸੀਂ ਲਾਈਵ ਨੂੰ ਕਲਾਸਾਂ ਲਗਾਉਣੇ ਆ, ਉਹਦੇ ਵਿੱਚ ਇਹ ਚੀਜ਼ਾਂ ਡਿਸਕਸ ਕਰਦੇ ਆ MCQ ਵਿਦ ਡਿਟੇਲ ਦੇ ਨਾਲ। ਹਾਂਜੀ, ਅੱਗੇ ਦੇਖੋ ਕਿ ਅੱਗੇ ਆਪਾਂ ਕੀ ਡਿਸਕਸ ਕਰਨਾ ਹੈ ਕਿ ਲਿਖਣ ਕੌਸ਼ਲ ਦੀ ਲੋੜ ਕਿਉਂ ਪਈ ਹੈ, ਉਹਦੀ ਮਹੱਤਤਾ ਕੀ ਹੈ। ਜੇਕਰ ਤੁਹਾਨੂੰ ਇੰਨਾ ਤੱਕ ਪਤਾ ਲੱਗ ਗਿਆ ਕਿ ਲਿਖਣ ਕੌਸ਼ਲ ਦਾ ਕੀ ਮਤਲਬ ਹੈ, ਜੇ ਆਪਾਂ ਨੂੰ ਮਤਲਬ ਪਤਾ ਲੱਗ ਗਿਆ ਨਾ, ਫਿਰ ਆਰਾਮ ਦੇ ਨਾਲ ਕਰ ਸਕਦੇ ਹਾਂ ਕੀ ਮਹੱਤਵ ਹੈ, ਕੀ ਲੋੜ ਪੈਗੀ ਹੁਣ ਆਪਾਂ ਨੂੰ ਲਿਖਣ ਕੌਸ਼ਲ ਦੇ ਬਾਰੇ। ਤਾਂ ਉਹੀ ਚੀਜ਼ਾਂ ਨਾ, ਜਿੰਨਾ ਚਿਰ ਆਪਾਂ ਨੂੰ ਚੀਜ਼ ਦੇ ਬਾਰੇ ਨਾ ਪਤਾ ਲੱਗਿਆ, ਆਪਾਂ ਨੂੰ ਕੀ ਲੋੜ ਪੈਗੀ। ਆਪਾਂ ਵਧੀਆ ਸੀਗਾ ਮੌਖਿਕ ਰੂਪ ਦੇ ਵਿੱਚ ਦੇਖਦੇ ਸੀਗੇ, ਮੌਖਿਕ ਰੂਪ ਦੇ ਵਿੱਚ ਭਾਸ਼ਾ ਨੂੰ ਦੇਖਦੇ ਸੀਗੇ, ਭਾਸ਼ਾ ਦਾ ਰੂਪ ਸੀ ਮੌਖਿਕ, ਤੇ ਹੁਣ ਲਿਖਣ ਜਿਹੜਾ ਕੌਸ਼ਲ ਆ ਉਹ ਸਾਹਮਣੇ ਆ ਗਿਆ। ਕਿਉਂ ਆਇਆ? ਇਹੀ ਚੀਜ਼ਾਂ ਨਾ, ਕਿਉਂਕਿ ਹੁਣ ਇਹਨੂੰ ਵਧੀਆ ਡਿਟੇਲ ਦੇ ਨਾਲ ਕਰਾਂਗੇ ਨਾ ਆਪਾਂ। ਸਭ ਤੋਂ ਪਹਿਲਾਂ ਕਿ ਬੌਧਿਕ ਵਿਕਾਸ ਵਿੱਚ ਸਹਾਇਕ। ਹਾਂਜੀ, ਕੀ ਕਹਿ ਰਿਹਾ ਇੱਥੇ? ਬੌਧਿਕ ਵਿਕਾਸ ਹੋ ਰਿਹਾ ਬੱਚਿਆਂ ਦੇ ਅੰਦਰ, ਉਹਦੇ ਵਿੱਚ ਸਹਾਇਕ ਹੋਣਾ। ਬੌਧਿਕ ਵਿਕਾਸ ਮਤਲਬ ਉਹਦੇ ਦਿਮਾਗ ਦੇ ਅੰਦਰ ਨਵੇਂ ਵਿਚਾਰ ਆ ਰਹੇ ਨੇ, ਨਵੀਂ ਉਹਦੇ ਅੰਦਰ ਵਿਚਾਰ ਨੇ, ਸ਼ਬਦ ਨੇ ਉਹਦੇ ਆ ਰਹੇ ਨੇ। ਇਸ ਕਰਕੇ ਲਿਖਣ ਕੌਸ਼ਲ ਦਾ ਮਤਲਬ ਹੈ ਜੋ ਲਿਖ ਕੇ ਸੰਭਾਲ ਸਕੇ ਆਪਣੀ ਜੋ ਚੀਜ਼ ਲਿਖੀ ਹੈ, ਕਿਉਂਕਿ ਬੰਦਾ ਭੁੱਲ ਜਾਂਦਾ। ਮਨੁੱਖ ਦਾ ਕੀ ਹੈ ਕਿ ਉਹ ਭੁੱਲ ਵੀ ਜਾਂਦਾ ਜਲਦੀ, ਤੇ ਉਹਨੇ ਜਲਦੀ ਸਿੱਖ ਵੀ ਲੈਂਦਾ। ਤੇ ਭੁੱਲਣ ਨੂੰ ਖਤਮ ਕਰਨ ਦੇ ਲਈ, ਜੋ ਭੁੱਲ ਜਾਂਦਾ ਉਸ ਨੂੰ ਖਤਮ ਕਰਨ ਦੇ ਲਈ ਲਿਖਣ ਰੂਪ ਸਾਹਮਣੇ ਆਇਆ ਹੈ। ਕਿ ਹੁਣ ਦੇਖਦੇ ਹਾਂ ਲਿਖਣ ਕੌਸ਼ਲ ਨਾਲ ਬੱਚੇ ਜਿਹੜਾ ਬੌਧਿਕ ਵਿਕਾਸ ਹੁੰਦਾ ਹੈ, ਜਿਸ ਦੁਆਰਾ ਉਹ ਆਪਣੇ ਵਿਚਾਰਾਂ ਨੂੰ ਅੰਕਿਤ ਕਰਨ ਦੇ ਯੋਗ ਜਾਂਦਾ ਹੈ, ਯੋਗ ਹੋ ਜਾਂਦਾ ਹੈ। ਮਤਲਬ ਕਿ ਅੰਕਿਤ ਦਾ ਮਤਲਬ ਲਿਖ ਸਕਦਾ ਹੈ, ਜੋ ਉਹਨੇ ਪੜ੍ਹ ਲਿਆ, ਜੋ ਸਮਝ ਲਿਆ। ਹੁਣ ਤੁਸੀਂ ਮੈਨੂੰ ਸੁਣ ਰਹੇ ਹੋ ਸਾਰੇ ਹੀ, ਤਾਂ ਮੈਨੂੰ ਤੁਸੀਂ ਸੁਣਦੇ ਪਏ ਹੋ। ਹੁਣ ਸੁਣਨ ਦੇ ਨਾਲ ਤੁਸੀਂ ਇਹ ਚੀਜ਼ਾਂ ਜਦੋਂ ਆਪਣੀ ਕਾਪੀ ਦੇ ਉੱਤੇ ਲਿਖੋਗੇ ਤਾਂ ਤੁਹਾਡੇ ਯਾਦ ਵੀ ਹੋ ਜਾਏਗਾ ਨਾ। ਇਹੀ ਚੀਜ਼ਾਂ ਤਾਂ ਲਿਖੀਆਂ ਵੀ ਉਹ ਚੀਜ਼ ਨੂੰ ਕਿਸੇ ਲਿਖਣ ਕੌਸ਼ਲ ਦਾ ਮਤਲਬ ਕੀ ਹੈ? ਲਿਖਣ ਕੌਸ਼ਲ ਦਾ ਜਦੋਂ ਬੌਧਿਕ ਵਿਕਾਸ ਹੋ ਰਿਹਾ, ਉਹਨੂੰ ਕਿਸੇ ਵੀ ਗਿਆਨ ਨੂੰ ਪੱਕਾ ਕਰਨ ਦੇ ਲਈ ਲਿਖਣ ਰੂਪ ਸਾਹਮਣੇ ਆਉਂਦਾ ਹੈ। ਤਾਂ ਉਹੀ ਚੀਜ਼ ਇੱਥੇ ਲਿਖੀ ਗਈ ਹੈ। ਵਿਚਾਰਾਂ ਨੂੰ ਲਿਖ ਕੇ ਕਿਸੇ ਦੇ ਸਾਹਮਣੇ ਪੇਸ਼ ਕਰੇ, ਉਹਦਾ ਪਤਾ ਲੱਗ ਸਕੇ ਕਿੰਨਾ ਕੁ ਸੋਚ ਸਕਦਾ, ਕਿੰਨੀ ਕੁ ਉਹਦੀ ਜਿਹੜੀ ਕਿ ਬੌਧਿਕ ਵਿਕਾਸ ਹੋਇਆ, ਕਿੰਨੀ ਕੁ ਉਹਦੇ ਅੰਦਰ ਚੰਗੇ ਵਿਚਾਰ ਨੇ। ਉਹੀ ਚੀਜ਼ਾਂ ਨਾ, ਬੌਧਿਕ ਵਿਕਾਸ ਹੋਣਾ ਉਹਦੇ ਸਹਾਇਕ ਆ ਲਿਖਣ ਕੌਸ਼ਲ। ਹੁਣ ਅੱਗੇ ਦੇਖਿਓ ਕਿ ਭਾਸ਼ਾ ਅਤੇ ਪੂਰਾ ਅਧਿਕਾਰ। ਦੇਖੋ, ਭਾਸ਼ਾ ਤੇ ਪੂਰਾ ਅਧਿਕਾਰ ਦਾ ਮਤਲਬ ਆ ਭਾਸ਼ਾ ਦੇ ਚਾਰੋਂ ਕੌਸ਼ਲਾਂ ਤੇ ਹੱਕ ਜਮਾ ਲੈਣਾ। ਚਾਰੋਂ ਕੌਸ਼ਲ ਕਿਹੜੇ ਨੇ? ਉਹੀ ਨੇ ਨਾ। ਹੁਣ ਉਹਨਾਂ ਵਿੱਚੋਂ ਇੱਕ ਕੌਸ਼ਲ ਹੈ ਜਿਹੜਾ ਆਪਣਾ ਲਿਖਣ ਕੌਸ਼ਲ ਹੈ, ਇੱਕ ਜਿਹੜਾ ਕੌਸ਼ਲ ਹੈ ਲਿਖਣ ਕੌਸ਼ਲ ਹੈ। ਹੁਣ ਜੇ ਆਪਾਂ ਭਾਸ਼ਾ ਦੇ ਚਾਰੇ ਕੌਸ਼ਲਾਂ ਤੇ ਅਧਿਕਾਰ ਕਰਨਾ ਤਾਂ ਲਿਖਣ ਕੌਸ਼ਲ ਵੀ ਜ਼ਰੂਰੀ ਹੈ ਨਾ। ਉਸੇ ਕਰਕੇ ਭਾਸ਼ਾ ਗਿਆਨ ਦੇ ਸੰਪੂਰਨ ਅਧਿਕਾਰ ਲਿਖਣ ਕੌਸ਼ਲ ਦੁਆਰਾ ਹੀ ਹੁੰਦਾ ਹੈ। ਜੇਕਰ ਆਪਾਂ ਲਿਖ ਨਹੀਂ ਸਕਦੇ ਤਾਂ ਆਪਾਂ ਅਨਪੜ੍ਹ ਹੀ ਆ ਨਾ, ਅਨਪੜ੍ਹਾਂ ਦੀ ਤਰ੍ਹਾਂ ਹੀ ਆ। ਕਿ ਅਨਪੜ੍ਹ ਬੋਲ ਤਾਂ ਸਕਦੇ ਨਾ, ਮੌਖਿਕ ਪ੍ਰਗਟਾਵਾ ਤਾਂ ਕਰ ਸਕਿਆ, ਪਰ ਉਹ ਕੀ ਨਹੀਂ ਕਰ ਸਕਦੇ? ਉਹ ਚੀਜ਼ ਦੇਖੋ, ਉਹ ਲਿਖ ਨਹੀਂ ਸਕਦੇ। ਫਿਰ ਆਪਾਂ ਅਨਪੜ੍ਹਾਂ ਤੋਂ ਦੂਰ ਹੋ ਗਏ ਨਾ, ਆਪਾਂ ਵਿਚਾਰ ਕਿਸ ਦੇ ਅੱਗੇ ਲਿਖ ਸਕਦੇ ਆ। ਆਪਾਂ ਕਿਸੇ ਨੂੰ ਆਪਣੇ ਵਿਚਾਰ ਲਿਖ ਕੇ, ਆਪਾਂ ਕਿਸੇ ਨੂੰ ਆਪਣੀ ਗੱਲਾਂ ਕਹਿਣੀਆਂ ਹੋਣ, ਆਪਾਂ ਲਿਖ ਕੇ ਕਿਤੇ ਅੱਗੇ ਪਹੁੰਚਾ ਸਕਦੇ ਆ, ਪਹੁੰਚ ਜਾਣਗੀਆਂ ਨਾ। ਪਰ ਅਨਪੜ੍ਹ ਨਹੀਂ ਨਾ ਪਹੁੰਚਾ ਸਕਦੇ। ਉਹਨਾਂ ਨੂੰ ਇਹ ਨਹੀਂ ਪਤਾ ਕਿਹੜੇ ਸ਼ਬਦ ਕਿਵੇਂ ਵਰਤਣੇ ਨੇ, ਕਿਹੜੇ ਚੰਗੇ ਸ਼ਬਦ ਕਿਹਦੇ ਲਈ ਵਰਤਣੇ ਨੇ, ਉਹ ਨਹੀਂ ਨਾ ਪਤਾ। ਇਹ ਲਿਖਣ ਕੌਸ਼ਲ ਦਾ ਉੱਥੇ ਮਹੱਤਵ ਹੈ ਕਿ ਭਾਸ਼ਾ ਉੱਤੇ ਪੂਰਾ ਅਧਿਕਾਰ। ਤੇ ਭਾਸ਼ਾ ਦਾ ਜਿਹੜਾ ਪੂਰਾ ਅਧਿਕਾਰ ਕਿਸ ਨਾਲ ਹੁੰਦਾ? ਲਿਖਣ ਕੌਸ਼ਲ ਦੇ ਨਾਲ ਹੁੰਦਾ, ਜਿਹੜਾ ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ। ਹੁਣ ਅੱਗੇ ਦੇਖੋ, ਜੋ ਰੋਜ਼ਾਨਾ ਜੀਵਨ ਵਿੱਚ ਜਿਹੜੀ ਰੋਜ਼ਾਨਾ ਜ਼ਿੰਦਗੀ ਆਪਣੀ ਚੱਲਦੀ ਆ, ਉਹਦੇ ਵਿੱਚ ਉਪਯੋਗਿਤਾ ਰਹਿੰਦੀ ਹੈ। ਕੀ ਹੈ? ਜਿਵੇਂ ਆਪਾਂ ਬਹੁਤ ਸਾਰੇ ਕੰਮ ਕਰਦੇ ਹਾਂ ਰੋਜ਼ਾਨਾ ਜੀਵਨ ਦੇ ਵਿੱਚ, ਸਾਨੂੰ ਕਈ ਤਰ੍ਹਾਂ ਦੇ ਜਿਹੜੇ ਕਾਰਜ ਕਰਨੇ ਪੈਂਦੇ ਨੇ, ਕੰਮ ਕਰਨੇ ਪੈਂਦੇ, ਚਿੱਠੀ ਲਿਖਣਾ, ਹਿਸਾਬ ਕਿਤਾਬ ਰੱਖਣਾ, ਵਸਤੂਆਂ ਦੇ ਨਾਮ ਲਿਖਣਾ, ਜਾਂ ਮੈਂ ਕਹਿੰਦਾ ਮੈਂ ਅੱਜ ਕੱਲ ਜਿਹੜਾ ਜ਼ਮਾਨਾ ਉਹ ਗੀਤਾਂ ਦਾ ਆ ਗਿਆ, ਜਾਂ ਕਹਾਣੀਆਂ ਦਾ ਆ ਗਿਆ, ਜੋ ਲਿਖ ਕੇ ਪ੍ਰਗਟਾਵਾ ਕਰਦੇ ਨੇ। ਇਸ ਤਰ੍ਹਾਂ ਕਿ ਅੱਜ ਕੱਲ ਦਾ ਮਸ਼ਹੂਰ ਟਾਈਮ ਹੋਣ ਦੇ ਲਈ ਆ, ਇਹੀ ਚੀਜ਼ ਹੈ ਨਾ, ਆਦਿ ਕਰਨੇ ਪੈਂਦੇ ਨੇ। ਤਾਂ ਚਿੱਠੀ ਲਿਖਣਾ ਤਾਂ ਅੱਜ ਕੱਲ ਖਤਮ ਹੀ ਹੋ ਗਿਆ, ਉਹਦੀ ਥਾਂ ਤੇ ਈਮੇਲ ਜੀਮੇਲ ਆ ਗਈ ਹਨਾ। ਜੀਮੇਲ ਲਿਖਣੀ ਜਾਂ ਰਿਜ਼ਿਊਮ ਬਣਾਉਣਾ, ਇਹ ਸਾਰੀਆਂ ਲਿਖਤੀ ਰੂਪ ਦੇ ਵਿੱਚ ਹੈ। ਤੇ ਇਸੇ ਤਰ੍ਹਾਂ ਹੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹਿਸਾਬ ਕਿਤਾਬ ਲਗਾਉਣਾ, ਉਹਦੇ ਨਾਲ ਵਸਤੂਆਂ ਦੇ ਨਾਮ ਲਿਖਣੇ, ਜਿਹੜੇ ਦੁਕਾਨਦਾਰ ਨੇ, ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੰਮ ਚੱਲਦੇ ਨੇ ਸਮਾਜ ਦੇ ਵਿੱਚ, ਕਿੰਨੀ ਕੁ ਆਪਣੇ ਕੋਲੇ ਜਿਹੜਾ ਹੈ ਵੇਚਣ ਲਈ ਕੁਛ ਹੈ ਜਾਂ ਰੱਖਿਆ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਉਂਦੀਆਂ, ਇਹਦੇ ਨਾਲ ਲਿਖਣ ਰੂਪ ਵੀ ਸਾਹਮਣੇ ਆਉਂਦਾ ਹੈ। ਇਸ ਕਰਕੇ ਸਿਖਾ ਰਿਹਾ ਨਾ ਬੱਚਾ ਆਉਣ ਸਮੇਂ ਜੇ ਕੋਈ ਕੰਮ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਲਿਖਣ ਦੇ ਵਿੱਚ ਕੋਈ ਦਿੱਕਤ ਨਾ ਆਵੇ। ਬਹੁਤ ਸਾਰੇ ਕੋਈ ਵੀ ਕੰਮ ਹੈ, ਉਸਾਰੀ ਦਾ ਕੰਮ ਆ, ਉਸਾਰੀ ਦੇ ਕੰਮ ਵਿੱਚ ਵੀ ਤਾਂ ਲੋੜ ਪੈਂਦੀ ਹੈ ਨਾ, ਵੀ ਇੰਨੀਆਂ ਇੱਟਾਂ ਚਾਹੀਦੀਆਂ, ਇੰਨਾ ਸੀਮੈਂਟ ਚਾਹੀਦਾ। ਇਹ ਚੀਜ਼ਾਂ ਹੀ ਦੇਖੋ ਨਾ, ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹਦਾ ਬਹੁਤ ਮਹੱਤਵ ਆ। ਇਸ ਕਰਕੇ ਲਿਖਣ ਕੌਸ਼ਲ ਸਾਹਮਣੇ ਆਇਆ। ਹੁਣ ਅੱਗੇ ਦੇਖੋ, ਅੱਗੇ ਕੀ ਕਹਿ ਰਿਹਾ? ਅੱਗੇ ਹੈ ਪ੍ਰੀਖਿਆ ਦੀ ਤਿਆਰੀ। ਹਾਂਜੀ, ਪ੍ਰੀਖਿਆ ਦੀ ਜਿਹੜੀ ਅਸਲੀ ਤਿਆਰੀ ਆ ਉਸਦੇ ਬਾਰੇ ਦੇਖ ਲਈਏ ਕਿ ਪ੍ਰੀਖਿਆ ਦੀ ਤਿਆਰੀ ਦੇ ਲਈ, ਹਾਂਜੀ ਪ੍ਰੀਖਿਆ ਦੀ ਤਿਆਰੀ ਦੇਖੋ। ਹੁਣ ਤੁਸੀਂ ਕਹੋਗੇ ਪ੍ਰੀਖਿਆ ਦੀ ਤਿਆਰੀ ਇਹਦਾ ਕੀ ਮਤਲਬ ਆ? ਦੇਖੋ, ਪ੍ਰੀਖਿਆ ਦੀ ਤਿਆਰੀ ਦੇ ਲਈ ਸਾਨੂੰ ਲਿਖਤੀ ਰੂਪ ਦੇਖਣਾ ਪੈਂਦਾ ਨਾ। ਪਹਿਲਾਂ ਪ੍ਰੀਖਿਆ ਜਿਹੜੀ ਹੁੰਦੀ ਸੀ ਉਹ ਮੌਖਿਕ ਰੂਪ ਦੇ ਵਿੱਚ ਹੁੰਦੀ ਸੀ। ਮੌਖਿਕ ਰੂਪ ਦੇ ਵਿੱਚ
ਬਹੁਤ ਸਾਰੇ ਬੱਚੇ ਕੀ ਹੁੰਦੇ ਨੇ, ਸ਼ਰਮ ਮਹਿਸੂਸ ਕਰਦੇ ਨੇ। ਉਹ ਸ਼ਰਮ ਖਤਮ ਨਹੀਂ ਨਾ ਹੁੰਦੀ, ਹੌਲੀ ਹੌਲੀ ਖਤਮ ਹੋਊਗੀ। ਇਸ ਕਰਕੇ ਜਿਹੜੇ ਉਹ ਵਿਚਾਰ ਆ, ਸ਼ਾਇਦ ਬੋਲ ਕੇ ਬੋਲਣਾ ਬਹੁਤ ਸੌਖਾ ਹੈ ਜਾਂ ਬਹੁਤ ਕਹਿ ਸਕਦੇ ਹੋ ਆਸਾਨੀ ਦੇ ਨਾਲ ਖਤਮ ਹੋ ਜਾਂਦਾ, ਪਰ ਬੱਚੇ ਕੀ ਕਰਦੇ ਆ, ਉਹਨੂੰ ਲਿਖਣ ਦੇ ਬੋਲਣ ਦੇ ਵਿੱਚ ਬਹੁਤ ਘੱਟ ਸਮਾਂ ਲਗਾਉਂਦੇ ਨੇ, ਪਰੰਤੂ ਲਿਖਣ ਦੇ ਵਿੱਚ ਉਹ ਆਪਣੇ ਵਿਚਾਰ ਲਿਖ ਸਕਦਾ ਹੈ, ਸੋਚ ਸਮਝ ਕੇ ਲਿਖ ਸਕਦਾ ਹੈ ਕੀ ਲਿਖਣਾ। ਇਸ ਕਰਕੇ ਪ੍ਰੀਖਿਆ ਦੀ ਤਿਆਰੀ ਲਿਖਣ ਰੂਪ ਦੇ ਵਿੱਚ ਆਉਂਦੀ ਹੈ, ਜਿਹੜੀ ਕਿ ਅੱਜ ਕੱਲ੍ਹ ਐਜੂਕੇਸ਼ਨ ਸਿਸਟਮ ਦੇ ਵਿੱਚ ਹੈ। ਕਿ ਅੱਜ ਕੱਲ੍ਹ ਜੋ ਵੀ ਐਗਜ਼ਾਮ ਹੁੰਦੇ ਨੇ, ਪੇਪਰ ਹੁੰਦੇ ਨੇ, ਕਿਸੇ ਵੀ ਕਹਿ ਸਕਦੇ ਹੋ ਜੋਬ ਦੇ ਲਈ ਆਪਾਂ ਬੀਐਡ ਕਰਾਂਗੇ, ਉਸਦੇ ਵਾਸਤੇ ਵੀ ਹੋਊਗਾ। ਤੇ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦੇਖਦੇ ਹਾਂ, ਜਿਵੇਂ ਕਿ ਆਪਾਂ ਸੀਟੈਟ ਦੇ ਰਹੇ ਹਾਂ ਜਾਂ ਪੀਐਸ ਟੈਟ ਦੇ ਰਹੇ ਹਾਂ, ਇਹ ਵੀ ਤਾਂ ਪ੍ਰੀਖਿਆ ਨਾ ਇੱਕ ਤਰ੍ਹਾਂ ਦੀ, ਜਿਹੜੀ ਕਿ ਲਿਖਤੀ ਰੂਪ ਦੇ ਵਿੱਚ ਹੁੰਦੀ ਆ, ਪਰ ਆਪਾਂ ਉਹਦੀ ਟਿਕ ਕਰ ਰਹੇ ਹਾਂ। ਸਾਨੂੰ ਪ੍ਰੀਖਿਆ ਦੀ ਤਿਆਰੀ ਲਈ ਵੀ ਕਈ ਸਵਾਲਾਂ ਦੇ ਜਵਾਬ ਲਿਖ ਲਿਖ ਕੇ ਯਾਦ ਕਰਨੇ ਪੈਂਦੇ ਨੇ। ਦੇਖੋ ਹੁਣ ਲਿਖਣ ਦਾ ਮਤਲਬ ਕੀ ਹੈ, ਬਹੁਤ ਸਾਰੇ ਸਵਾਲ ਹੈ, ਜੇ ਆਪਾਂ ਉਹਨੂੰ ਸਹੀ ਨੋਟਸ ਬਣਾਵਾਂਗੇ, ਜਿਵੇਂ ਤੁਸੀਂ ਬਣਾਉਂਦੇ ਹੋਵੋਗੇ, ਤਾਂ ਨੋਟਸ ਬਣਾਉਣ ਦਾ ਮਤਲਬ ਕੀ ਆ, ਵੀ ਤੁਸੀਂ ਕਦੇ ਉਹ ਚੀਜ਼ਾਂ ਯਾਦ ਰਹਿ ਜਾਣਗੀਆਂ, ਪਰ ਉਹਨੂੰ ਦੂਜੀ ਵਾਰ ਯਾਦ ਕਰਨਾ ਸੌਖਾ ਹੋ ਜਾਊਗਾ। ਵੀ ਤੁਸੀਂ ਜੇ ਅੱਜ 10 ਮਿੰਟਾਂ 'ਚ ਇੱਕ ਚੀਜ਼ ਯਾਦ ਕਰਦੇ ਹੋ, ਤਾਂ ਆਉਣ ਵਾਲੇ ਸਮੇਂ ਵਿੱਚ ਤੁਸੀਂ ਜਦੋਂ ਵੀ ਉਹਨੂੰ ਨੋਟਸ ਦੇਖੋਗੇ, ਤਾਂ ਉਹ 5 ਮਿੰਟਾਂ 'ਚ ਯਾਦ ਹੋ ਜਾਏਗੀ। ਉਸ ਤੋਂ ਬਾਅਦ ਆਉਣ ਲਈ ਹੋਰ ਵੀ ਘੱਟ ਸਮਾਂ ਲੱਗੇਗਾ। ਇਹੀ ਚੀਜ਼ਾਂ ਤਾਂ ਇਹਦੇ ਵਿੱਚ ਡਿਸਕਸ ਕੀਤੀਆਂ, ਬਸ ਇੰਨਾ ਸਮਝ ਲਿਓ। ਇਸ ਤੋਂ ਬਾਅਦ ਆਪਣਾ ਕੁਛ ਨਹੀਂ ਖਤਮ ਹੈ। ਅਗਰ ਲਿਖਣ ਕੌਸ਼ਲ ਆ ਗਿਆ ਨਾ, ਲਿਖਣ ਕੌਸ਼ਲ ਦੇ ਉੱਪਰ ਇੱਕ ਵੀ ਜਿਹੜਾ ਪ੍ਰਸ਼ਨ ਨਹੀਂ ਰਹਿਣਾ। ਅੱਛਾ ਜੀ, ਇੱਕ ਤਈ ਮਹੱਤਤਾ ਸੌਰੀ, ਕਿੱਤਈ ਮਤਲਬ ਕਿੱਤਾ ਵੱਖ-ਵੱਖ ਕਿੱਤਿਆਂ ਜਾਂ ਕਾਰੋਬਾਰਾਂ ਵਿੱਚ ਲਿਖਤੀ ਰੂਪ ਸਾਹਮਣੇ ਆਉਂਦਾ, ਜਿਹੜਾ ਆਪਾਂ ਪਹਿਲੇ ਗੱਲਬਾਤ ਕਰ ਚੁੱਕੇ। ਹਾਂਜੀ, ਕਿੱਤਾਈ ਮਹੱਤਵ ਦਾ ਕੀ ਮਤਲਬ ਆ, ਹਨਾ? ਕਿੱਤਾ ਦਾ ਵੱਖ-ਵੱਖ ਕਿੱਤਿਆਂ ਦੇ ਵਿੱਚ ਆਪਾਂ ਜਿਹੜਾ ਲਿਖਤੀ ਰੂਪ ਸਾਹਮਣੇ ਆਉਂਦਾ। ਹੁਣ ਤੁਸੀਂ ਕਹੋਗੇ ਇਹ ਕਿਵੇਂ? ਦੇਖੋ ਵੱਖ-ਵੱਖ ਕਿੱਤੇ ਜਾਂ ਕਾਰੋਬਾਰਾਂ ਦੀ ਗੱਲ ਕਰਦੇ ਆ, ਉਹਦੇ ਵਿੱਚ ਜਿਵੇਂ ਦਫ਼ਤਰੀ ਫੈਸਲੇ ਹੋ ਗਏ ਨੇ, ਜਿਵੇਂ ਕਿਸੇ ਦਾ ਕੇਸ ਚੱਲ ਰਿਹਾ ਮਤਲਬ ਕਿ ਕੋਰਟ ਦੇ ਵਿੱਚ, ਤਾਂ ਉਹ ਲਿਖਤ ਰੂਪ ਦੇ ਵਿੱਚ ਹੋਏਗਾ। ਜੇਕਰ ਤੁਸੀਂ ਅੱਜ ਪੜ੍ਹ ਚੁੱਕੇ ਹੋ, ਤੁਸੀਂ ਸੀਟੈਟ ਜਾਂ ਪੀਐਸ-ਟੈਟ ਪੇਪਰ ਪਾਸ ਕਰ ਚੁੱਕੇ ਹੋ, ਤੁਹਾਡੇ ਕੋਲ ਲਿਖਤੀ ਰੂਪ ਹੋਊਗਾ ਨਾ ਕੋਈ, ਵੀ ਮੈਂ ਪਾਸ ਕੀਤਾ, ਦੇਖੋ ਕੱਲ ਨੂੰ ਰਿਕਾਰਡ ਦਿਖਾਉਣਾ ਹੋਇਆ, ਕੱਲ ਨੂੰ ਆਪਣਾ ਦਿਖਾਉਣਾ ਹੋਇਆ ਵੀ ਪਾਸ ਹੈ, ਤੁਸੀਂ ਉਹ ਸਰਟੀਫਿਕੇਟ ਲੈ ਸਕਦੇ ਹੋ। ਉਹ ਕਿਹਦੇ ਚ ਆ? ਉਹ ਜਿਹੜੇ ਲਿਖਣ ਕੌਸ਼ਲ ਦੇ ਵਿੱਚ ਆਉਂਦਾ, ਵੀ ਲਿਖਿਆ ਹੋਇਆ ਹੈ ਇਹ ਚੀਜ਼ਾਂ ਦਾ। ਜੇ ਤੁਸੀਂ ਇਹ ਚੀਜ਼ਾਂ ਫੈਸਲੇ ਜਾਂ ਇਦਾਂ ਦੀਆਂ ਚੀਜ਼ਾਂ ਨਹੀਂ ਰੱਖਦੇ, ਨੀਤੀਆਂ ਜਿਹੜੇ ਨਿਯਮ ਰਿਕਾਰਡ ਨੇ ਉਹ ਨਹੀਂ ਰੱਖਦੇ, ਤੇ ਲਿਖਣ ਦਾ ਕੌਸ਼ਲ ਦਾ ਕੀ ਮਤਲਬ ਹੈ? ਕੋਈ ਵੀ ਨਹੀਂ ਆ। ਆਪਾਂ ਜੋ ਕਿੱਤਾ ਕਰਨਾ ਹੈ ਆਉਣ ਸਮੇਂ ਦੇ ਵਿੱਚ, ਜਿਵੇਂ ਹੁਣ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਧਿਆਪਕ ਲੱਗਣਾ ਹੈ, ਤਾਂ ਉਹ ਵੀ ਇੱਕ ਕਿੱਤਾ ਹੈ ਨਾ। ਉਹ ਕਿੱਤਾ ਚਲਾਉਣ ਦੇ ਲਈ ਤੁਹਾਨੂੰ ਲਿਖਣ ਰੂਪ ਸਾਹਮਣੇ ਰੱਖਣਾ ਪਵੇਗਾ। ਤੁਸੀਂ ਬੱਚਿਆਂ ਨੂੰ ਸਮਝਾਉਣ ਦੇ ਲਈ, ਪੜ੍ਹਾਉਣ ਦੇ ਲਈ ਇੱਕ ਲਿਖਣ ਰੂਪ ਲੈ ਕੇ ਆਓਗੇ। ਜੇਕਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਟੀਚਰ ਲੱਗਦੇ ਹੋ, ਤਾਂ ਉਹ ਕੀ ਆਪਣਾ ਕਿੱਤਾ ਹੈ, ਉਸ ਨਾਲ ਲਿਖਣ ਰੂਪ ਸਾਹਮਣੇ ਆ ਕਿ ਆਪਣੇ ਕੰਮ ਵੀ ਆ ਰਿਹਾ, ਗਾਂ ਪੜ੍ਹਾ ਰਹੇ ਆ ਉਹਨਾਂ ਦੇ ਵੀ ਕੰਮ ਆ ਰਿਹਾ, ਵੀ ਇਹ ਕੀ ਹੈ, ਲਗਾਤਾਰ ਚੱਲਣ ਵਾਲੀ ਕਿੱਤੇ ਦੇ ਵਿੱਚ ਲਿਖਣ ਰੂਪ ਸਾਹਮਣੇ ਆ ਰਿਹਾ। ਇਸੇ ਕਰਕੇ ਇਹ ਜ਼ਰੂਰੀ ਆ, ਕੋਈ ਵੀ ਕਿੱਤਾ ਲਗਾ ਲਓ ਤੇ ਇਹਨੂੰ ਰੱਖਣਾ ਪੈਂਦਾ ਹੈ, ਲਿਖਤੀ ਰੂਪ ਸਾਹਮਣੇ ਰੱਖਣਾ ਪੈਂਦਾ ਹੈ। ਜੇਕਰ ਕੋਈ ਵੀ ਕਿੱਤਾ ਕਰਦੇ ਹੋ, ਅੱਜ ਦੇ ਸਮੇਂ ਦੇ ਵਿੱਚ ਜਿਹੜੀ ਟੈਕਨੋਲੋਜੀ ਦਾ ਇਰਾ ਆ, ਇਹਨੂੰ ਕਹਿੰਦੇ ਆ ਤਕਨੀਕੀ ਦਾ ਕਹਿ ਸਕਦੇ, ਤਕਨੀਕਾਂ ਨੂੰ ਲੈ ਕੇ ਗੱਲ ਕਰਦੇ। ਤਕਨੀਕਾਂ ਨਾ ਹੋਈਆਂ, ਤਕਨੀਕਾਂ ਦੇ ਆਧਾਰ ਤੇ ਹੀ ਸਮਾਜ ਅੱਗੇ ਵਧ ਰਿਹਾ, ਖੋਜਾਂ ਹੋ ਰਹੀ ਆ। ਜੇ ਖੋਜਾਂ ਦੇ ਵਿੱਚ ਆਪਣੀ ਲਿਖਣ ਕੌਸ਼ਲ ਨਾ ਹੋਇਆ, ਜੇ ਕਿਸੇ ਨੇ ਲਿਖਣ ਕੌਸ਼ਲ ਨਾ ਹੋਇਆ, ਤਾਂ ਉਹ ਖਤਮ ਹੈ ਨਾ। ਆਪਾਂ ਲਿਖਾਂਗੇ ਵੀ ਆਹ ਚੀਜ਼ ਮੈਂ ਇੰਨਾ ਕੀਤੀ ਆ, ਉਸ ਤੋਂ ਬਾਅਦ ਇਹ ਕੀਤੀ ਆ, ਜੇ ਇਹੀ ਨਾ ਲਿਖੀ ਫਿਰ ਪਤਾ ਕਿਵੇਂ ਲੱਗੂਗਾ? ਆਪਾਂ ਦੁਹਰਾਈ ਕਰਨ ਦੇ ਲਈ, ਹਾਂਜੀ ਮਿਡਲ ਜਮਾਤ ਦੇ ਲਈ ਤੇ ਮਿਡਲ ਦੇ ਲਈ ਦੁਹਰਾਈ ਕਰਨ ਦੇ ਲਈ ਸਭ ਤੋਂ ਉਪਯੁਕਤ ਹੈ ਲਿਖਣ ਕੌਸ਼ਲ। ਇਹ ਪੁੱਛ ਲਓ ਮਿਡਲ ਜਮਾਤਾਂ ਦੇ ਲਈ ਸਭ ਤੋਂ ਜ਼ਰੂਰੀ ਹੈ, ਕਿਉਂਕਿ ਮਿਡਲ ਤੇ ਪ੍ਰਾਇਮਰੀ ਦੇ ਆਧਾਰ ਤੇ ਕੁਐਸਚਨ ਪੁੱਛੇ ਜਾਂਦੇ ਨੇ। ਦੇਖ ਲਓ ਕਿ ਪ੍ਰਾਇਮਰੀ ਦੇ ਲਈ ਲਿਖਣ ਕੌਸ਼ਲ ਦਾ ਕੀ ਮਹੱਤਵ ਹੈ, ਕਿ ਉਹ ਲਿਖਣ ਕੌਸ਼ਲ ਆਪਣੀ ਲਿਖਾਈ ਸੁਧਾਰ ਸਕਣ। ਪ੍ਰਾਇਮਰੀ ਦੇ ਲਈ ਕਹਿ ਰਹੇ ਹਾਂ, ਆਪਣੀ ਲਿਖਾਈ ਸੁਧਾਰ ਸਕਣ ਤੇ ਉਹਨੂੰ ਜਿਹੜਾ ਉਚਾਰਨ ਸਹੀ ਕਰ ਸਕਣ, ਦੇਖ ਕੇ ਸਹੀ ਪੜ੍ਹ ਸਕਣ, ਇਹੀ ਆ। ਪਰ ਆਪਾਂ ਮਿਡਲ ਜਮਾਤ ਦੇ ਲਈ ਕੀ ਕਰਾਂਗੇ, ਜਿਹੜੀਆਂ ਕਿ ਆਪਾਂ 6 ਤੋਂ ਲੈ ਕੇ 8 ਤੱਕ ਦੀਆਂ, ਮਤਲਬ 6ਵੀਂ ਤੋਂ ਲੈ ਕੇ 8ਵੀਂ ਤੱਕ ਲਈ ਕਲਾਸ ਦੀ ਗੱਲ ਕਰਦੇ ਆ, ਉਹਦੇ ਵਿੱਚ ਲਿਖਣ ਕੌਸ਼ਲ ਦਾ ਕੀ ਮਹੱਤਵ ਹੈ? ਇਹੀ ਕਹੋਗੇ ਮਹੱਤਤਾ, ਕਿ ਉਹ ਦੁਹਰਾਈ ਵੀ ਕਰ ਸਕਣ, ਸਮਝ ਸਕਣ, ਕਿਉਂਕਿ ਉੱਥੋਂ ਤੱਕ ਸਮਝਣੀ ਉਹਨਾਂ ਦੀ ਹੋਗੀ, ਸਮਝਣ ਸ਼ਕਤੀ ਉਹਨਾਂ ਦੇ ਅੰਦਰ ਪੈਦਾ ਹੋ ਗਈ। ਹੁਣ ਕੀ ਦੁਹਰਾਈ ਕਰਨ ਦੇ ਲਈ ਸਭ ਤੋਂ ਉਪਯੁਕਤ ਆ, ਯਾਦ ਕਰਨ ਦੇ ਲਈ। ਠੀਕ ਹੈ ਜੀ, ਅੱਗੇ ਚੱਲਾਂਗੇ। ਅਗਲਾ ਪੁਆਇੰਟ ਦੇਖੋ ਕੀ ਕਹਿ ਰਿਹਾ ਆ, ਸਿੱਖਿਆ ਪ੍ਰਣਾਲੀ ਦੇ ਜ਼ਰੂਰੀ ਅੰਗ। ਹਾਂਜੀ, ਸਿੱਖਿਆ ਪ੍ਰਣਾਲੀ ਦੇ ਜ਼ਰੂਰੀ ਅੰਗ ਕਿਹੜੇ ਨੇ? ਹੁਣ ਇਹੀ ਤਾਂ ਕਹਿ ਰਿਹਾ, ਸਿੱਖਿਆ ਪ੍ਰਣਾਲੀ ਦੇ ਜੇਕਰ ਆਪਾਂ ਗੱਲ ਕਰੀਏ, ਲਿਖਤੀ ਰੂਪ ਦੇ ਵਿੱਚ ਕੋਈ ਵੀ ਕੰਮ ਹੋਣਾ ਸਮਾਜ ਦੇ ਵਿੱਚੋਂ ਲਿਖਤੀ ਰੂਪ ਦੇ ਵਿੱਚ ਹੁੰਦਾ। ਆਪਾਂ ਸਿੱਖਿਆ ਲੈਣੀ ਆ, ਸਿੱਖਿਆ ਪ੍ਰਣਾਲੀ ਵੀ ਕਿਸ ਤੇ ਨਿਰਭਰ ਕਰਦੀ ਆ, ਕਿਉਂਕਿ ਹੁਣ ਤੁਸੀਂ ਬਹੁਤ ਸਾਰੇ ਵਿਦਿਆਰਥੀ ਮੰਨ ਲਓ ਪੀਐਸ ਟੈਟ ਕਲੀਅਰ ਕਰ ਗਏ, ਤਾਂ ਉਹਦਾ ਰਿਜ਼ਲਟ ਦੇਖੋਗੇ ਉਹ ਵੀ ਲਿਖਤੀ ਰੂਪ ਦੇ ਵਿੱਚ ਹੀ ਆਏਗਾ। ਜੇਕਰ ਤੁਹਾਨੂੰ ਲਿਖਤੀ ਰੂਪ ਸਾਹਮਣੇ ਨਾ ਆਇਆ, ਤੁਹਾਨੂੰ ਵੈਸੇ ਹੀ ਕਹਿੰਦਾ ਤੂੰ ਫੇਲ ਆ, ਪਾਸ, ਤੁਸੀਂ ਕਹੋਗੇ ਐ ਕਿਵੇਂ, ਮੇਰੇ ਨੰਬਰ ਤਾਂ ਇੰਨੇ ਹੋਣੇ ਚਾਹੀਦੇ ਸੀ। ਉੱਥੇ ਆ ਗਿਆ ਨਾ ਲਿਖਤੀ ਰੂਪ ਸਾਹਮਣੇ। ਉਸੇ ਤਰ੍ਹਾਂ ਹੀ ਸਿੱਖਿਆ ਖੇਤਰ ਦੇ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਪੜ੍ਹਾਉਣ ਦੀ ਜ਼ਰੂਰਤ ਹੁੰਦੀ ਹੈ। ਦੇਖੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਧਿਆਪਕ ਲੱਗੋਗੇ, ਤੁਸੀਂ ਵੱਖ-ਵੱਖ ਜਿਹੜੇ ਵਿਸ਼ਿਆਂ ਦੇ ਅਧਿਆਪਕ ਲੱਗੋਗੇ। ਉਹ ਸਿੱਖਿਆ ਨੂੰ ਪੜ੍ਹਾਉਣ ਦੇ ਲਈ ਤੁਹਾਨੂੰ ਕੋਈ
ਲਿਖਣ ਰੂਪ ਤਾਂ ਰੱਖਣਾ ਪਊ। ਬਲੈਕ ਬੋਰਡ ਤੇ ਜਾਂ ਵਾਈਟ ਬੋਰਡ ਤੇ ਤੁਸੀਂ ਲਿਖੋਗੇ, ਬੱਚੇ ਉਹਨੂੰ ਜਿਹੜਾ ਦੇਖ ਕੇ ਆਪਣੀ ਕਾਪੀਆਂ ਤੇ ਲਿਖਣਗੇ, ਯਾਦ ਕਰਨਗੇ। ਤੁਸੀਂ ਨਾਮ ਪ੍ਰਨਾਮ ਸ਼ਬਦ ਪੜ੍ਹਾ ਰਹੇ ਹੋ, ਸ਼ਬਦ ਬੋਧ ਪੜ੍ਹਾਉਂਦੇ ਹੋ, ਤਾਂ ਉਹਦੇ ਵਿੱਚ ਨਾਮ ਦੇ ਬਾਰੇ ਪਰਿਭਾਸ਼ਾ ਲਿਖਾਓਗੇ ਬੱਚਿਆਂ ਨੂੰ, ਉਹਦੀਆਂ ਉਦਾਹਰਨਾਂ ਬੱਚੇ ਯਾਦ ਕਰ ਸਕਣ। ਹੁਣ ਮੇਰੇ ਯਾਦ ਆ ਜਿਹੜੀਆਂ ਚੀਜ਼ਾਂ ਮੇਰੇ ਅਧਿਆਪਕਾਂ ਨੇ ਮੈਨੂੰ ਪੜ੍ਹਾਈਆਂ, ਹੁਣ ਮੈਨੂੰ ਉਦਾਂ ਦੀਆਂ ਇਹ ਚੀਜ਼ਾਂ ਯਾਦ ਆ। ਇਸ ਕਰਕੇ ਤੁਸੀਂ ਵੀ ਆਉਣ ਸਮੇਂ ਦੇ ਵਿੱਚ ਅਧਿਆਪਕ ਹੋ, ਠੀਕ ਹੈ। ਇਸ ਲਈ ਪਾਠ ਪੁਸਤਕਾਂ, ਖੋਜ ਕਾਰਜ ਆਦਿ ਲਿਖਤੀ ਰੂਪ ਵਿੱਚ ਤਰਤੀਬ ਅਨੁਸਾਰ ਹੁੰਦਾ ਹੈ। ਤੇ ਮੈਂ ਤੁਹਾਨੂੰ ਦੱਸ ਚੁੱਕਿਆ, ਪਾਠ ਪੁਸਤਕਾਂ, ਖੋਜ ਕਰਨੀਆਂ, ਕਾਰਜ ਸਾਰੇ ਲਿਖਤੀ ਰੂਪ ਦੇ ਵਿੱਚ। ਇਸ ਕਰਕੇ ਸਿੱਖਿਆ ਪ੍ਰਣਾਲੀ ਜ਼ਰੂਰੀ ਅੰਗ ਹੈ, ਚਾਹੇ ਉਹ ਛੋਟੀ ਜਮਾਤਾਂ ਦੇ ਲਈ, ਚਾਹੇ ਵੱਡੀਆਂ ਜਮਾਤਾਂ ਦੇ ਲਈ। ਇਸ ਲਈ ਲਿਖਣ ਕੌਸ਼ਲ ਦਾ ਇੱਥੇ ਬਹੁਤ ਜ਼ਰੂਰੀ ਹੈ, ਮਹੱਤਤਾ ਰਹਿੰਦੀ। ਅੱਗੇ ਦੇਖੋ, ਗਿਆਨ ਵਿਗਿਆਨ ਦੀ ਸੰਭਾਲ ਲਈ ਜ਼ਰੂਰੀ ਹੈ। ਦੇਖੋ, ਆਪਾਂ ਜੋ ਵੀ ਚੀਜ਼ ਆ ਆਪਣੇ, ਇੱਕ ਮੈਂ ਹੋਰ ਵੀ ਤੁਹਾਨੂੰ ਇੱਕ ਐਡ ਕਰਾਉਂਗਾ। ਐਡ ਮੇਰਾ ਕਰਾਉਣਾ ਤਾਂ ਕੋ ਆਪਣਾ ਸੱਭਿਆਚਾਰ ਆ, ਜੋ ਕਲਚਰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ ਸੱਭਿਆਚਾਰ, ਉਹਨੂੰ ਸੰਭਾਲਣ ਦੇ ਲਈ, ਆਪਣੀ ਭਾਸ਼ਾ ਨੂੰ ਸੰਭਾਲਣ ਦੇ ਲਈ ਲਿਖਤੀ ਰੂਪ ਸਾਹਮਣੇ ਆਉਂਦਾ। ਉਹ ਵੀ ਦੱਸੂਗਾ। ਉਹ ਪੁਆਇੰਟ ਜਿਹੜੇ ਬਿੰਦੂ ਨੇ ਉਹਨਾਂ ਨੂੰ ਪ੍ਰਾਇਮਰੀ ਪੱਧਰ ਤੇ ਮਿਡਲ ਪੱਧਰ ਤੇ ਦੱਸੂਗਾ, ਕਿਉਂਕਿ ਮਿਡਲ ਤੇ ਪ੍ਰਾਇਮਰੀ ਪੱਧਰ ਦੇ ਅਨੁਸਾਰ ਪ੍ਰਸ਼ਨ ਆਉਂਦੇ ਨੇ। ਉਸ ਕਰਕੇ ਮੇਰਾ ਇਹੀ ਮੋਟਿਵ ਆ ਕਿ ਤੁਹਾਨੂੰ ਸਮਝਾਵਾਂ ਤੇ ਮਿਡਲ ਤੇ ਪ੍ਰਾਇਮਰੀ ਦੇ ਹਿਸਾਬ ਦੇ ਨਾਲ ਜਿੱਦਾਂ ਪ੍ਰਸ਼ਨ ਆਉਂਦੇ ਨੇ ਉਦਾਂ ਤੁਹਾਡੀ ਤਿਆਰੀ ਕਰਵਾਵਾਂ। ਹੁਣ ਦੇਖੋ ਕੀ ਕਹਿ ਰਿਹਾ ਕਿ ਗਿਆਨ ਤੇ ਵਿਗਿਆਨ ਦੀ ਸੰਭਾਲ ਦੇ ਲਈ ਜ਼ਰੂਰੀ ਹੈ। ਜੇਕਰ ਅਸੀਂ ਲਿਖਤੀ ਯੋਗਤਾ ਨਾ ਹੋਵੇਗੀ ਤਾਂ ਵਿਗਿਆਨ ਜਾਂ ਗਿਆਨ ਦੀ ਗੱਲ ਕਰੀਏ, ਉਹ ਬੇਸ਼ੁਮਾਰ ਨਵੇਂ ਪੁਰਾਣੇ ਭੰਡਾਰਾਂ ਨੂੰ ਵੱਖ ਕਰਕੇ ਸੰਭਾਲਿਆ ਜਾ ਸਕਦਾ ਹੈ। ਨਵੀਆਂ ਤਕਨੀਕਾਂ ਨੂੰ ਐਡ ਕੀਤਾ ਜਾਂਦਾ। ਪੁਰਾਣੇ ਭੰਡਾਰ ਨੂੰ ਕਿਵੇਂ ਸੰਭਾਲਿਆ ਜਾਵੇ, ਇਹੀ ਤਾਂ ਸਿਖਾਉਂਦਾ ਨਾ ਆਪਾਂ ਨੂੰ, ਸੰਭਾਲਣਾ ਸਿਖਾ ਰਿਹਾ। ਹੁਣ ਇੱਥੇ ਕਿਵੇਂ ਸੰਭਾਲ ਸਕਦੇ ਆ, ਇਸ ਲਈ ਲਿਖਣ ਕੌਸ਼ਲ ਜ਼ਰੂਰੀ ਆ। ਕੋਈ ਕੱਲ ਨੂੰ ਤੁਸੀਂ ਗਿਆਨ ਕਰ ਲਿਆ, ਮੰਨ ਲਓ ਕਿ ਆਪਦਾ ਕੋਈ ਵੀ ਚੀਜ਼ ਪੜ੍ਹੀ ਆ, ਉਸ ਨੂੰ ਪੜ੍ਹ ਕੇ ਤੁਸੀਂ ਨੋਟਸ ਬਣਾਏ ਨੇ, ਹਾਂਜੀ, ਆਪਣੇ ਨੋਟਸ ਬਣਾਏ ਨੇ। ਨੋਟਸ ਕੀ ਹੈ, ਤੁਹਾਡਾ ਗਿਆਨ ਪ੍ਰਾਪਤ ਕਰਨ ਲਈ ਇੱਕ ਸੰਭਾਲ ਲਿਆ ਤੁਸੀਂ ਵੀ, ਯਾਰ ਆਉਣ ਵਾਲੇ ਸਮੇਂ ਦੇ ਵਿੱਚ ਟੀਚਰ ਲੱਗੋਗੇ, ਸ਼ਾਇਦ ਇਹ ਚੀਜ਼ਾਂ ਪੜ੍ਹਾਉਣੀਆਂ ਪੈ ਜਾਣ। ਉਸੇ ਤਰ੍ਹਾਂ ਹੀ ਇਹ ਚੀਜ਼ਾਂ ਕਿ ਵਿਗਿਆਨ ਦੇ ਵਿੱਚ, ਵਿਗਿਆਨ ਦੀਆਂ ਬਹੁਤ ਸਾਰੀਆਂ ਜਿਹੜੀਆਂ ਖੋਜਾਂ, ਤਕਨੀਕਾਂ, ਜਿਨ੍ਹਾਂ ਨੂੰ ਲਿਖਤੀ ਰੂਪ ਦੇ ਵਿੱਚ ਅੱਗੇ ਪਹੁੰਚਾਉਣਾ ਹੁੰਦਾ। ਆਪਾਂ ਜਿਹੜੀਆਂ ਪੁਸਤਕਾਂ, ਉਹ ਕੀ ਹੈ, ਲਿਖਤੀ ਰੂਪ ਹੈ ਨਾ, ਜਿਹਦੇ ਕਰਕੇ ਬੱਚੇ ਪੜ੍ਹਦੇ ਨੇ। ਬੱਚੇ ਪੜ੍ਹਦੇ ਤਾਂ ਹੀ ਹੈ ਜੇ ਉਹਨੂੰ ਆਪਾਂ ਸੰਭਾਲ ਕੇ ਰੱਖਾਂਗੇ, ਆਪਣਾ ਕਲਚਰ। ਉਸੇ ਤਰ੍ਹਾਂ ਹੀ ਇਹਦੇ ਵਿੱਚ ਪੁੱਛਿਆ ਜਾਂਦਾ ਗਿਆਨ ਤੇ ਵਿਗਿਆਨ, ਪ੍ਰਾਇਮਰੀ ਪੱਧਰ ਤੇ ਗਿਆਨ ਵਿਗਿਆਨ ਦਾ ਕੋਈ ਮਤਲਬ ਨਹੀਂ ਹੈ। ਬੱਚਿਆਂ ਨੂੰ ਬਸ ਇਕੱਲਾ ਹੀ ਦੱਸਣਾ ਹੁੰਦਾ, ਤੁਸੀਂ ਸੋਹਣਾ ਲਿਖ ਸਕੋ, ਪੜ੍ਹ ਸਕੋ, ਇੰਨਾ ਹੀ ਹੈ, ਇਹ ਤੋਂ ਵੱਧ ਨਹੀਂ। ਆਪਾਂ ਮਿਡਲ ਕਲਾਸ ਦੇ ਵਿੱਚ ਗੱਲ ਕਰੀਏ, ਮਿਡਲ ਜਿਹੜੇ 6ਵੀਂ ਤੋਂ ਲੈ ਕੇ 8ਵੀਂ ਤੱਕ ਆ, ਉਹਨਾਂ ਨੂੰ ਗਿਆਨ ਵੀ ਦਿੱਤਾ ਜਾਵੇ, ਉਹਦਾ ਵਿਗਿਆਨ ਵੀ ਪਤਾ ਕਰੇ। ਬੇਸ਼ੁਮਾਰ ਨਵੀਆਂ ਜਿਹੜੀਆਂ ਉਹਨਾਂ ਦੇ ਅੱਗੇ ਜਿਹੜੇ ਕਿ ਮੁਸੀਬਤਾਂ ਦਾ ਸਾਹਮਣਾ ਹੁੰਦਾ, ਨਵੇਂ ਖੋਜਾਂ ਆਉਂਦੀਆਂ ਨੇ, ਨਵੇਂ ਸ਼ਬਦ ਆਉਂਦੇ ਨੇ, ਉਹਨਾਂ ਨੂੰ ਇੱਕ ਥਾਂ ਰੋਕ ਕੇ ਨਵੀਆਂ ਚੀਜ਼ਾਂ ਐਡ ਕਰਕੇ, ਮਤਲਬ ਨਵੀਆਂ ਚੀਜ਼ਾਂ ਜੋੜ ਕੇ ਇੱਕ ਵਧੀਆ ਇੱਕ ਕਿਤਾਬ ਪੈਦਾ ਕਰ ਲੈਣ ਆਪਣੇ ਅੰਦਰ। ਉਹੀ ਤਾਂ ਲਿਖਾਂਗੇ ਤਾਂ ਹੀ ਤਾਂ ਹੋਵੇਗਾ ਨਾ। ਜੇਕਰ ਲਿਖਣ ਦੇ ਵਿੱਚ ਆਪਾਂ ਕਵਾਂਗੇ ਲਿਖਣ ਕੌਸ਼ਲ ਨਹੀਂ ਹੈ, ਬੋਲਣ ਦਾ ਕੋਈ ਮਤਲਬ ਨਹੀਂ ਹੈ। ਉਹ ਲਿਖਣ ਕੌਸ਼ਲ ਦਾ ਮਤਲਬ ਆ ਅਸ਼ੁੱਧੀਆਂ ਨੂੰ ਖਤਮ ਕਰਨਾ, ਜਾਂ ਫਿਰ ਕਮੀਆਂ ਨੂੰ ਖਤਮ ਕਰਨਾ। ਕਮੀਆਂ ਨੂੰ ਤਾਂ ਹੀ ਖਤਮ ਕਰਾਂਗੇ, ਅਸ਼ੁੱਧੀਆਂ ਨੂੰ, ਜੇਕਰ ਆਪਣਾ ਲਿਖਤੀ ਰੂਪ ਆਪਾਂ ਜੇ ਅੱਜ ਪੜ੍ਹ ਲਿਆ ਤੇ ਕੱਲ ਨੂੰ ਸ਼ਾਇਦ ਭੁੱਲ ਸਕਦੇ ਹਾਂ, ਉਹਦਾ ਅਸ਼ੁੱਧ ਰੂਪ ਵਰਤ ਸਕਦੇ ਹਾਂ, ਪਰ ਲਿਖਣ ਦੇ ਨਾਲ ਅਸ਼ੁੱਧ ਰੂਪ ਤਾਂ ਨਹੀਂ ਨੂੰ ਵਰਤ ਸਕਦੇ। ਇਸ ਕਰਕੇ ਸੰਭਾਲ ਦੇ ਲਈ, ਪੂਰਨ ਗਿਆਨ ਸੰਭਾਲਣ ਦੇ ਲਈ ਆਪਾਂ ਨੂੰ ਇਸ ਦੀ ਜ਼ਰੂਰਤ ਪੈਂਦੀ ਹੈ। ਜੀ ਅੱਗੇ ਦੇਖੋ ਕਿ ਕੀ ਕਹਿ ਰਿਹਾ, ਸਰੀਰ ਵਿਕਾਸ ਦੇ ਵਿੱਚ ਸਹਾਇਕ। ਹੁਣ ਤੁਸੀਂ ਕਹੋਗੇ ਸਰੀਰ ਨਾਲ ਕੀ ਜ਼ਰੂਰਤ ਪੈ ਗਈ, ਹਨਾ, ਸਰੀਰ ਦੇ ਨਾਲ ਕੀ ਦਾ ਇੰਨਾ ਮਹੱਤਵ ਰਹਿ ਗਿਆ, ਮੈਂ ਉਹ ਵੀ ਦੱਸੂਗਾ, ਟੈਨਸ਼ਨ ਨਾ ਲਓ। ਦੇਖੋ ਇਹਦੇ ਵਿੱਚ ਕੀ ਕਹਿ ਰਿਹਾ, ਹਾਂਜੀ, ਸਰੀਰਕ ਵਿਕਾਸ ਵਿੱਚ ਸਹਾਇਕ। ਹੁਣ ਤੁਸੀਂ ਕਹੋਗੇ ਵੀ ਇਹ ਸਰੀਰਕ ਦਾ ਮਤਲਬ ਕੀ, ਲਿਖਣ ਕਲਾ ਬੱਚਿਆਂ ਦੀ ਜਿਹੜੀਆਂ ਉਂਗਲੀਆਂ, ਮਾਸਪੇਸ਼ੀਆਂ ਨੂੰ ਤਕੜਾ ਬਣਾਉਂਦੀਆਂ ਨੇ। ਦੇਖੋ ਆਪਣੇ ਦੋ ਹੱਥ ਹੁੰਦੇ ਨੇ, ਬਹੁਤ ਸਾਰੇ ਸੱਜੇ ਹੱਥ ਨਾਲ ਕੰਮ ਕਰਦੇ ਨੇ, ਸੱਜੇ ਹੱਥ ਨਾਲ, ਤੇ ਉਹ ਸੱਜੇ ਹੱਥ ਨਾਲ ਲਿਖਣਾ ਸ਼ੁਰੂ ਕਰ ਦਿੰਦੇ ਨੇ। ਬਹੁਤ ਸਾਰੇ ਖੱਬੇ ਨਾਲ ਲਿਖਦੇ ਨੇ, ਤੇ ਬਹੁਤ ਸਾਰਿਆਂ ਦਾ ਜਿਹੜਾ ਸੱਜੇ ਹੱਥ ਬਹੁਤ ਮਜ਼ਬੂਤ ਹੁੰਦਾ ਬੱਚਿਆਂ ਦਾ, ਤੇ ਬਹੁਤ ਸਾਰਿਆਂ ਦਾ ਖੱਬਾ ਹੁੰਦਾ। ਉਸੇ ਤਰ੍ਹਾਂ ਹੀ ਕਿ ਲਿਖਣ ਕੌਸ਼ਲ ਵਿੱਚ ਛੋਟੀਆਂ ਉਂਗਲੀਆਂ ਤੇ ਵੱਡੀਆਂ ਮਾਸਪੇਸ਼ੀਆਂ, ਛੋਟੀਆਂ ਮਾਸਪੇਸ਼ੀਆਂ ਕੰਮ ਆਉਂਦੀਆਂ ਨੇ। ਆਪਣੀਆਂ ਉਂਗਲੀਆਂ, ਆਪਣੇ ਪੋਟੇ, ਆਪਣੇ ਨਾਖੂਨ ਜਿਹੜੇ ਨਹੁੰ ਆ, ਉਸ ਤੋਂ ਬਾਅਦ ਬਾਂਹ, ਆਪਣਾ ਹੱਥ, ਇਸ ਤਰ੍ਹਾਂ ਦੀ ਸਾਰੀ ਕੂਹਣੀ, ਬਾਂਹ, ਬਾਜੂ, ਸਾਰਾ ਸਰੀਰ ਦਾ ਕਿਤੇ ਨਾ ਕਿਤੇ ਹਿੱਸਾ ਪੈਂਦਾ। ਜੇਕਰ ਆਪਾਂ ਲਿਖਾਂਗੇ ਤਾਂ ਉਹਦੇ ਨਾਲ ਵਿਕਾਸ ਹੋਏਗਾ। ਇੱਕ ਆਪਣੀ ਬਾਂਹ ਜਿਹੜੀ ਜ਼ਿਆਦਾ ਮਜ਼ਬੂਤ ਹੁੰਦੀ ਆ, ਇੱਕ ਆਪਣੀ ਘੱਟ ਹੁੰਦੀ ਹੈ। ਇਹ ਚੀਜ਼ਾਂ ਨਾ ਜ਼ਿਆਦਾ ਮਜ਼ਬੂਤ ਹੁੰਦੀ ਹੈ, ਘੱਟ ਹੁੰਦੀ ਹੈ। ਲਿਖਣ ਕਲਾ ਦੇ ਵਿੱਚ ਇਹੀ ਚੀਜ਼ਾਂ ਲਿਖੀਆਂ। ਹੁਣ ਆਪਾਂ CDP ਕਰਦੇ ਹਾਂ, ਉਹਦੇ ਵਿੱਚ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਗ੍ਰੋਸ ਮੋਟਰ ਸਕਿੱਲ, ਹਾਂਜੀ, ਗ੍ਰੋਸ ਮੋਟਰ ਸਕਿੱਲ ਐਂਡ ਫਾਈਨ ਮੋਟਰ ਸਕਿੱਲ। ਹਾਂਜੀ, ਫਾਈਨ ਮੋਟਰ ਸਕਿੱਲ ਜਿਹੜੀਆਂ ਉਂਗਲੀਆਂ ਹੁੰਦੀਆਂ, ਫਾਈਨ ਮਤਲਬ ਛੋਟੀਆਂ ਮਾਸਪੇਸ਼ੀਆਂ ਇਹ ਆ। CDP ਦੇ ਵਿੱਚ ਘੁਮਾ ਫਿਰਾ ਕੇ ਪ੍ਰਸ਼ਨ ਪੁੱਛਿਆ ਜਾਂਦਾ, ਗ੍ਰੋਸ ਤੇ ਫਾਈਨ ਮੋਟਰ ਸਕਿੱਲ ਕਿਹੜੀਆਂ ਨੇ, ਯਾਦ ਕਰ ਲਓ। ਹੁਣ ਤੁਹਾਨੂੰ ਦੱਸਤਾ ਲਿਖਣ ਕੌਸ਼ਲ ਕਿਸ ਦੇ ਵਿੱਚ ਆਉਂਦਾ, ਉਹ ਛੋਟੀਆਂ ਮਾਸਪੇਸ਼ੀਆਂ ਦੇ ਵਿੱਚ ਆਉਂਦਾ। CDP ਦੇ ਵਿੱਚ ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ। ਮਾਸਪੇਸ਼ੀਆਂ ਦੇ ਨਾਲ ਇੱਕ ਚੀਜ਼ ਹੋਰ ਤੁਸੀਂ ਜੋੜ ਲਓ, ਇਸ ਨਾਲ ਦਿਮਾਗ ਤੇ ਹੋਰ ਅੰਗਾਂ ਦੀ ਜਿਹੜੀ ਕਸਰਤ ਹੁੰਦੀ ਹੈ। ਦੇਖੋ ਲਿਖਾਂਗੇ, ਪਹਿਲਾਂ ਦਿਮਾਗ ਦੇ ਅੰਦਰ ਵਿਚਾਰ ਬਣਾਉਣੇ ਪੈਣਗੇ ਨਾ ਬੱਚੇ ਨੂੰ,
ਵੀ ਇਹ ਚੀਜ਼ ਆ ਯਾਰ, ਉਹਨੂੰ ਦਿਮਾਗ ਦੇ ਅੰਦਰ ਵਿਚਾਰ ਬਣਾਉਣੇ ਆ। ਹੁਣ ਤੁਸੀਂ ਪੜ੍ਹਦੇ ਹੋ, ਤੁਹਾਨੂੰ ਪਤਾ ਲੱਗ ਗਿਆ ਇਸ ਤਰ੍ਹਾਂ ਦਾ MCQ ਆਵੇਗਾ, ਤੁਸੀਂ ਕੀ ਆ ਉਹਦੇ ਹੁਣ ਨੋਟਸ ਬਣਾ ਰਹੇ ਹੋ ਵੀ ਇਦਾਂ ਪੁੱਛਿਆ ਜਾਂਦਾ, ਫਿਰ ਉਹਨੂੰ ਚੀਜ਼ ਨੂੰ ਤੁਸੀਂ ਦਿਮਾਗ ਦੇ ਅੰਦਰ ਪਹਿਲਾਂ ਆਪਣੇ ਉਹ ਜਿਹਾ ਇੱਕ ਸਿਸਟਮ ਪੈਦਾ ਕਰੋਗੇ, ਉਸ ਤੋਂ ਬਾਅਦ ਲਿਖੋਗੇ। ਫਿਰ ਲਿਖਣ ਦਾ ਵੀ ਤਰੀਕਾ ਦੇਖੋਗੇ, ਤੱਤਾ ਇਸ ਤਰ੍ਹਾਂ ਲਿਖਦੇ ਆ, ਊੜਾ ਇਸ ਤਰ੍ਹਾਂ ਲਿਖਦੇ ਆ, ਉਹ ਸਾਰਾ ਦਿਮਾਗ ਤੇ ਵੱਖ-ਵੱਖ ਸਰੀਰ ਦੇ ਅੰਗਾਂ ਦੀ ਕਸਰਤ ਹੀ ਹੋ ਰਹੀਆਂ ਨੇ। ਲਿਖਣ ਦੇ ਨਾਲ ਹੱਥਾਂ ਦੀ ਕਸਰਤ ਹੋ ਰਹੀ ਹੈ, ਆਪਣਾ ਕਾਪੀ ਪੈਨ ਚੱਕ ਰਹੇ ਆ, ਆਪਣੇ ਸਰੀਰ ਦੀ ਥੋੜੀ ਬਹੁਤ ਜਿਹੜੀ ਕਸਰਤ ਹੋ ਰਹੀ ਹੈ, ਦਿਮਾਗ ਦੀ ਕਸਰਤ ਹੋ ਰਹੀ ਹੈ। ਇਹੀ ਤਾਂ ਚੀਜ਼ਾਂ ਆਪਾਂ ਜਿਹੜੀਆਂ ਤੁਹਾਡੇ ਨਾਲ ਡਿਸਕਸ ਕਰਨੀਆਂ, ਇਹੀ ਤਾਂ ਘੁਮਾ ਫਿਰਾ ਕੇ ਪੁੱਛੇ ਜਾਂਦੇ ਨੇ। ਹੁਣ ਮੈਂ ਮਿਡਲ ਜਮਾਤ ਦੀ ਗੱਲ ਕਰ ਲਾਂ, ਮਿਡਲ ਜਮਾਤ ਦੇ ਵਿੱਚ ਬੱਚਿਆਂ ਦੀ ਜਿਹੜੀ ਮਿਡਲ ਜਮਾਤ ਦੇ ਵਿੱਚ ਜਿਹੜੇ ਕਿ 6ਵੀਂ ਤੋਂ ਲੈ ਕੇ 8ਵੀਂ ਤੱਕ, ਉਹਦੀ ਕਸਰਤ ਕਿਵੇਂ ਆ? ਉਹਦੀ ਕਸਰਤ ਮਾਸਪੇਸ਼ੀਆਂ ਤੇ ਉਂਗਲਾਂ ਤੇ ਕਾਬੂ ਹੋ ਚੁੱਕਿਆ ਹੁੰਦਾ। ਪਰ ਆਪਾਂ ਪ੍ਰਾਇਮਰੀ ਪੱਧਰ ਦੀ ਗੱਲ ਕਰ ਲਈ, ਇੱਕ ਪ੍ਰਸ਼ਨ ਘੁਮਾ ਫਿਰਾ ਕੇ ਪੁੱਛਿਆ ਜਾਂਦਾ, ਤੁਸੀਂ ਲਾਈਵ ਕਲਾਸਾਂ ਦੇਖ ਸਕਦੇ ਹੋ ਸ਼ਾਮ ਨੂੰ, ਇਸੇ ਤਰ੍ਹਾਂ ਹੀ ਸਮਝਾ ਰਿਹਾ ਕਿ ਪ੍ਰਾਇਮਰੀ ਤੇ ਮਿਡਲ ਦੇ ਹਿਸਾਬ ਦੇ ਨਾਲ। ਤੇ ਇਹ ਮਿਡਲ ਪ੍ਰਾਇਮਰੀ ਹੈ ਜਿਹੜਾ ਪਹਿਲੀ ਤੋਂ ਲੈ ਕੇ 5ਵੀਂ ਤੱਕ ਮੰਨੋ ਹਨਾ, ਉਹਦੇ ਵਿੱਚ ਉਂਗਲਾਂ ਦਾ ਹਜੇ ਵਿਕਾਸ ਹੋ ਰਿਹਾ ਹੁੰਦਾ, ਕਾਬੂ ਨਹੀਂ ਹੋ ਜਾਂਦਾ, ਹਜੇ ਵਿਕਾਸ ਹੋ ਰਿਹਾ ਹੁੰਦਾ। ਉਹ ਕੱਚੇ ਹੁੰਦੇ ਨੇ ਬੱਚੇ, ਕੀ ਆ ਹਜੇ ਗਿਆਨ ਦੇ ਵਿੱਚ, ਲਿਖਣ ਦੇ ਵਿੱਚ ਕੱਚੇ ਹੁੰਦੇ ਨੇ, ਪਰ ਇੱਥੇ ਕਾਬੂ ਆ ਜਾਂਦਾ, ਇੱਥੇ ਸੁਧਾਰ ਸਾਹਮਣੇ ਆਉਂਦਾ, ਸੁਧਾਰ ਦੇਖਣ ਨੂੰ ਮਿਲਦਾ। ਪਰ ਇੱਥੇ ਕੀ ਆ, ਹਜੇ ਤਾਂ ਵਿਕਾਸ ਹੀ ਹੁੰਦਾ, ਸੁਧਾਰ ਤਾਂ ਬਾਅਦ ਚ ਆਊਗਾ। ਸੁਧਾਰ ਵਿਕਾਸ ਦੇ ਨਾਲ ਆ ਰਿਹਾ, ਜਿੱਥੇ ਕਾਬੂ ਆ ਜਾਏ ਉਹਦੇ ਵਿੱਚ ਥੋੜਾ ਬਹੁਤ ਸੁਧਾਰ ਕੀਤਾ ਜਾ ਸਕਦਾ, ਪਰ ਵਿਕਾਸ ਦੇ ਵਿੱਚ ਤਾਂ ਸੁਧਾਰ ਬਹੁਤ ਸਾਰੇ ਕੀਤੇ ਜਾ ਸਕਦੇ ਆ। ਅਗਰ ਪ੍ਰਾਇਮਰੀ ਪੱਧਰ ਦੀ ਗੱਲ ਕਰੀਏ, ਇੱਥੇ ਬਹੁਤ ਸਾਰੀਆਂ ਕਮੀਆਂ ਹੋਣਗੀਆਂ, ਲਿਖਣ ਦੇ ਵਿੱਚ ਕਮੀਆਂ ਹੋਣਗੀਆਂ ਬੱਚਿਆਂ ਦੇ ਅੰਦਰ, ਪਰ ਇੱਥੇ ਕਮੀਆਂ ਕਾਬੂ ਜਦੋਂ ਆ ਗਿਆ, ਕਮੀਆਂ ਘਟ ਜਾਣਗੀਆਂ, ਕਮੀਆਂ ਦਾ ਕੀ ਆ, ਘਟ ਜਾਏਗਾ। ਇਸੇ ਤਰ੍ਹਾਂ ਹੀ ਇਹ ਚੀਜ਼ਾਂ ਦੇਖ ਲਓ। ਅੱਗੇ ਦੇਖੋ, ਅੱਗੇ ਕੀ ਕਹਿ ਰਿਹਾ, ਆਪਣੇ ਕੋਲੇ ਬਹੁਤ ਜ਼ਰੂਰੀ ਨੇ ਲਿਖਣ ਕੌਸ਼ਲ ਦੇ ਬਾਰੇ ਇਹ ਚੀਜ਼ਾਂ ਜਾਣਨ ਦੇ ਲਈ। ਇਹਦੇ ਆਬਜੈਕਟਿਵ ਕੀ ਰਹਿੰਦੇ ਨੇ, ਆਪਾਂ ਆਬਜੈਕਟਿਵ ਪੜਾਂਗੇ। ਆਬਜੈਕਟਿਵ ਦਾ ਮਤਲਬ ਕੀ ਆ, ਵੀ ਲਿਖਣ ਕੌਸ਼ਲ ਦੇ ਉਦੇਸ਼ ਕੀ ਆ। ਹੁਣ ਅੰਗਰੇਜ਼ੀ ਦੇ ਵਿੱਚ ਵੀ ਦੇਖ ਲਓ, ਪੰਜਾਬੀ ਦੇ ਵਿੱਚ, ਲਿਖਣ ਕੌਸ਼ਲ ਦੇ ਉਦੇਸ਼ ਕੀ ਆ, ਕਿਉਂ ਆਪਾਂ ਲਿਖਣ ਕੌਸ਼ਲ ਨੂੰ ਇੰਨਾ ਮਹੱਤਵ ਦਿੰਨੇ ਆ, ਕਿਉਂ ਆਪਾਂ ਬੱਚਿਆਂ ਤੱਕ ਇਹ ਚੀਜ਼ ਪੜਾਉਣੇ ਆ। ਦੇਖੋ ਆਪਾਂ ਮਹੱਤਵ ਜਾਣ ਚੁੱਕੇ ਆ, ਹੁਣ ਉਦੇਸ਼ ਕੀ ਆ, ਇਹਦੇ ਪਿੱਛੇ ਕਾਰਨ ਕੀ ਆ, ਆਬਜੈਕਟਿਵ ਕੀ ਆ, ਵੀ ਵੱਖ-ਵੱਖ ਜਿਹੜੀਆਂ ਇਹ ਚੀਜ਼ਾਂ ਕਿਉਂ ਪੜਾਉਣ, ਮਤਲਬ ਆਪਾਂ ਨੂੰ ਪਤਾ ਲੱਗ ਗਿਆ ਮਹੱਤਵ ਕੀ ਆ ਇੱਥੇ ਤੇ ਕੰਮਾਂ 'ਚ। ਫਿਰ ਆਪਾਂ ਇਹਨਾਂ ਚੀਜ਼ਾਂ ਨੂੰ ਕਿਵੇਂ ਸੁਧਾਰ ਸਕਦੇ ਆ, ਇਹ ਚੀਜ਼ਾਂ ਕਿਵੇਂ ਕੰਮ ਆਉਂਦੀਆਂ ਨੇ, ਕੀ ਉਦੇਸ਼ ਰਹਿੰਦੇ ਨੇ, ਇਹਨਾਂ ਦੇ ਉਦੇਸ਼ ਕੀ ਆ। ਸਭ ਤੋਂ ਪਹਿਲਾਂ ਕਿ ਬੱਚਿਆਂ ਨੂੰ ਵਰਨਾਂ ਦੀ ਠੀਕ-ਠੀਕ ਬਣਾਵਟ ਲਿਖਣ ਦਾ ਅਭਿਆਸ ਕਰਾਉਣਾ ਚਾਹੀਦਾ। ਦੇਖੋ ਧੁਨੀਆਂ ਬੱਚਾ ਬੋਲੇਗਾ, ਧੁਨੀਆਂ ਨੂੰ ਲਿਖਣਾ, ਉਹਦੇ ਜਿਹੜੇ ਅੱਖਰ ਲਿਖਣਾ, ਉਹਦਾ ਅਭਿਆਸ ਕਰਾਇਆ ਜਾਏ ਤਾਂ ਜੋ ਉਹਦਾ ਸੁੰਦਰ ਲਿਖ ਸਕੇ। ਹੁਣ ਤੁਸੀਂ ਕਹੋਗੇ ਸੁੰਦਰ ਲਿਖਣ ਦਾ ਕੀ ਮਹੱਤਵ ਹੈ? ਜਦੋਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਪੇਪਰ ਦਿੰਦੇ ਹੋ, ਤਾਂ ਅਗਰ ਲਿਖਣ ਕੌਸ਼ਲ ਵਧੀਆ ਹੋਇਆ, ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਤੁਹਾਨੂੰ ਨੰਬਰ ਵਧੀਆ ਮਿਲ ਜਾਣਗੇ। ਇਹ ਸਭ ਨੂੰ ਪਤਾ ਹੈ, ਨੰਬਰ ਵਧੀਆ ਮਿਲਦੇ ਆ ਕਿਉਂਕਿ ਵਧੀਆ ਨੋਟਸ। ਇਸੇ ਕਰਕੇ ਬੱਚਿਆਂ ਨੂੰ ਸਮਝਾਇਆ ਜਾਂਦਾ ਕਿ ਉਹਦੇ ਵਿੱਚ ਅਸ਼ੁੱਧੀਆਂ ਭਾਸ਼ਾ ਦੇ ਵਿੱਚ ਲਿਖਣ ਦੇ ਥਰੂ, ਲਿਖਣ ਦੇ ਦੁਆਰਾ ਵੀ ਆ ਜਾਂਦੀ ਹੈ। ਜੇਕਰ ਹੁਣ ਮੈਂ ਇਸ ਤਰ੍ਹਾਂ ਲਿਖਦਾ, ਇਸ ਤਰ੍ਹਾਂ ਕਮੀਆਂ ਲਿਖਦਾ, ਬੱਚੇ ਕੀ ਆ ਬਹੁਤ ਸਾਰੇ ਏਦਾਂ ਪਾ ਦੇਣਗੇ ਕਮੀਆਂ ਨੂੰ, ਮੈਂ ਬਹੁਤ ਵਾਰੀ ਏਦਾਂ ਕਮੀਆਂ ਲਿਖ ਦਿੰਦਾ। ਤਾਂ ਹੁਣ ਇਹਦਾ ਮਤਲਬ ਕੀ ਆ, ਇਹ ਤਾਂ ਕਿਸੇ ਨੂੰ ਸਮਝ ਹੀ ਨਹੀਂ ਆਏਗੀ ਜੇਕਰ ਮੈਂ ਏਦਾਂ ਤੁਹਾਨੂੰ ਵੈਸੇ ਲਿਖ ਕੇ ਦਿੰਦਾ। ਬੱਚਿਆਂ ਦਾ ਕੀ ਮਤਲਬ, ਹੁਣ ਇਹਦਾ ਬੱਚਿਆਂ ਨੂੰ ਆਪਾਂ ਪ੍ਰਾਇਮਰੀ ਪੱਧਰ ਤੇ ਜਾਂ ਮਿਡਲ ਪੱਧਰ ਤੇ ਸਹੀ ਲਿਖਾਂਗੇ ਨਾ, ਤਾਂ ਹੀ ਤਾਂ ਉਹ ਸਹੀ ਲਿਖ ਸਕਣਗੇ, ਸਹੀ ਲਿਖ ਸਕਣਗੇ ਤਾਂ ਹੀ ਉਹ ਸਮਝ ਸਕਣਗੇ ਤਾਂ ਹੀ ਤਾਂ ਉਹਦਾ ਵਿਕਾਸ ਹੋਏਗਾ। ਇਹ ਚੀਜ਼ਾਂ ਦੇਖ ਲਓ, ਇਹ ਛੋਟੀਆਂ-ਛੋਟੀਆਂ ਚੀਜ਼ਾਂ ਬਹੁਤ ਅੱਗੇ ਆਉਂਦੀਆਂ। ਜੇਕਰ ਆਪਾਂ ਸਹੀ ਲਿਖਾਂਗੇ, ਬੱਚੇ ਦੇ ਅੰਦਰ ਗਲਤੀ, ਆਪਾਂ ਨੂੰ ਪਤਾ ਹੈ ਛੋਟਾ ਬੱਚਾ ਕੀ ਕਰਦਾ, ਗਲਤੀਆਂ ਕਰੇਗਾ, ਗਲਤੀਆਂ ਦਾ ਪੁਤਲਾ ਛੋਟਾ ਬੱਚਾ। ਜੇਕਰ ਇੱਕ ਗਲਤੀ ਹੋਵੇਗਾ ਤਾਂ ਉਹਦੇ ਅੱਗੇ ਆ ਕੇ 10 ਗਲਤੀ, ਆਪਾਂ ਇੱਕ ਗਲਤੀ ਕੀਤੀ ਆ ਤਾਂ ਉਹਦੇ ਅੱਗੇ 10 ਗਲਤੀਆਂ ਦੇਖਣ ਨੂੰ ਮਿਲਣਗੀਆਂ ਬੱਚੇ ਦੇ ਅੰਦਰ। ਠੀਕ ਹੈ ਜੀ। ਅੱਗੇ ਦੇਖੋ ਕਿ ਬੱਚਿਆਂ ਨੂੰ ਸ਼ਬਦ ਜੋੜ ਦੀ ਸਿੱਖਿਆ ਦੇਣੀ ਚਾਹੀਦੀ ਹੈ। ਹੁਣ ਕੀ ਹੈ ਲਿਖਣ ਦੇ ਵਿੱਚ ਸ਼ਬਦ ਜੋੜ, ਜਿਵੇਂ ਕਿ ਕਾਰ, ਕਾਰ ਲਿਖਤਾ, ਉਦੋਂ ਬਾਅਦ ਕਾਰ ਦੇ ਨਾਲ ਹੋਰ ਵੀ ਸ਼ਬਦ ਜਿਵੇਂ ਜੋੜਤੇ ਨੇ। ਉਸ ਤੋਂ ਘਰ ਲਿਖਤਾ, ਘਰ ਦੇ ਅੱਗੇ ਇੱਕ ਸ਼ਬਦ ਲਿਖਤਾ ਬੇ, ਉਹਨੂੰ ਕੀ ਜੋੜਤਾ, ਬੇਘਰ ਲਿਖਤਾ। ਇਸ ਤਰ੍ਹਾਂ ਸ਼ਬਦ ਜੋੜ ਕੇ ਸਮਝਾਉਣੇ ਚਾਹੀਦੇ ਆ ਬੱਚੇ ਨੂੰ। ਉਹਦਾ ਮਤਲਬ ਕਿ ਸ਼ਬਦ ਜੋੜਾਂ ਨੂੰ ਕੀ ਕਰ ਲਏ, ਸ਼ਬਦ ਵੱਖ-ਵੱਖ, ਜਿਹਦਾ ਕਲਮ ਆ ਉਹਨੂੰ ਕਲਮ ਪੜ੍ਹ ਸਕੇ, ਵੱਖ-ਵੱਖ ਇਹਨੂੰ ਕੀ ਹੈ ਪੂਰਾ ਲਿਖ ਸਕੇ, ਕਲਮ ਲਿਖ ਸਕੇ। ਹਾਂਜੀ, ਉਸੇ ਤਰ੍ਹਾਂ ਹੀ ਜਿਹੜੇ ਅਗੇਤਰ ਪਛੇਤਰ ਰਹਿੰਦੇ ਨੇ, ਇਹ ਮਿਡਲ ਜਮਾਤ ਦੇ ਵਿੱਚ ਲਿਖਣ ਦੇ ਕੌਸ਼ਲ ਦੇ ਵਿੱਚ ਆਉਂਦੇ ਨੇ। ਮਿਡਲ ਦੇ ਲਈ, ਅਗਰ ਪ੍ਰਾਇਮਰੀ ਦੇ ਲਈ ਇਹੀ ਹੈ, ਜੋੜ ਹੈ, ਦੋਨਾਂ ਦੇ ਵਿੱਚ ਫਰਕ ਆ। ਹੁਣ ਮਿਡਲ ਤੇ ਪ੍ਰਾਇਮਰੀ ਦੇ ਵਿੱਚ ਹੁਣ ਤੁਹਾਨੂੰ ਦੱਸਦਾ, ਕਿਉਂਕਿ ਇਦਾਂ ਹੀ ਪ੍ਰਸ਼ਨ ਆਉਂਦੇ ਨੇ, ਤੁਸੀਂ ਦੇਖ ਲਿਓ, ਚਾਹੇ ਜਿੱਥੇ ਮਰਜ਼ੀ ਦੇਖ ਲਿਓ, ਤੁਸੀਂ ਦੇਖ ਲਿਓ ਮਿਡਲ ਤੇ ਪ੍ਰਾਇਮਰੀ ਦੇ ਅਨੁਸਾਰ ਪ੍ਰਸ਼ਨ ਆਉਂਦੇ ਨੇ। ਇਸ ਕਰਕੇ ਸ਼ਬਦ ਜੋੜਾਂ ਦਾ ਕੀ ਮਤਲਬ ਆ ਪ੍ਰਾਇਮਰੀ ਦੇ ਲਈ, ਤੁਸੀਂ ਕਹੋਗੇ ਵੱਖ-ਵੱਖ ਸ਼ਬਦਾਂ ਨੂੰ ਜੋੜ ਕੇ, ਸ਼ਬਦ ਜੋੜ ਕਰਕੇ ਉਹ ਸਹੀ ਸ਼ਬਦ ਵਰਤ ਸਕੇ, ਉਹਨਾਂ ਦੀਆਂ ਧੁਨੀਆਂ ਦਾ ਉਚਾਰਨ ਕਰ ਸਕੇ ਸਹੀ। ਉਸ ਤੋਂ ਬਾਅਦ ਕੀ ਸ਼ਬਦ ਜੋੜਨ ਦਾ ਮਿਡਲ ਦੇ ਵਿੱਚ ਕੀ ਹੈ ਕਿ ਉਹ ਜਿਹੜੇ ਸ਼ਬਦ ਨੇ ਅਗੇਤਰ ਪਛੇਤਰ ਲਗਾ ਕੇ ਸ਼ਬਦਾਂ ਜਿਹੜਾ ਰੂਪ ਬਦਲ ਸਕਦੇ ਨੇ। ਹੁਣ ਲਿਖਣ ਕੌਸ਼ਲ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ
ਪਤਾ ਲੱਗ ਗਈਆਂ। ਜੇਕਰ ਕਿਸੇ ਨੂੰ ਹਜੇ ਵੀ ਕੋਈ ਡਾਊਟ ਲੱਗਿਆ, ਕੋਈ ਪਰੇਸ਼ਾਨੀ ਹੈ, ਤਾਂ ਕਮੈਂਟ ਕਰ ਸਕਦਾ ਹੈ ਇਸ ਵੀਡੀਓ ਤੇ ਨਾਲ ਸਾਡੇ ਨਾਲ ਗੱਲਬਾਤ ਕਰ ਸਕਦਾ। ਇੰਸਟਾਗ੍ਰਾਮ, ਟੈਲੀਗ੍ਰਾਮ ਐਂਡ WhatsApp ਗਰੁੱਪ ਦਾ ਜਿਹੜਾ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਤੁਸੀਂ ਜੁਆਇਨ ਕਰ ਸਕਦੇ ਹੋ, ਸ਼ਾਮ ਨੂੰ ਲਾਈਵ ਕਲਾਸਾਂ ਲਗਾ ਸਕਦੇ ਹੋ। ਅੱਗੇ ਦੇਖੋ, ਅੱਗੇ ਕੀ ਕਹਿ ਰਿਹਾ ਕਿ ਵਾਕ ਰਚਨਾ ਦੇ ਨਿਯਮਾਂ ਦਾ ਗਿਆਨ ਕਰ ਸਕਣ। ਹੁਣ ਤੁਸੀਂ ਦੇਖੋ, ਬੱਚੇ ਵਾਕ ਰਚਨਾ ਨਹੀਂ ਕਰ ਸਕੇ। ਹਾਂਜੀ, ਇਹ ਪ੍ਰਾਇਮਰੀ ਪੱਧਰ ਦੀ ਗੱਲ ਕਰੀਏ, ਪ੍ਰਾਇਮਰੀ ਪੱਧਰ ਤੇ ਬੱਚੇ ਵਾਕ ਰਚਨਾ ਸਹੀ ਨਹੀਂ ਕਰ ਸਕਦੇ। ਠੀਕ ਹੈ, ਵਾਕ ਰਚਨਾ ਪ੍ਰਾਇਮਰੀ ਤੇ, ਕਿਉਂਕਿ ਪ੍ਰਾਇਮਰੀ ਦੇ ਵਿੱਚ ਹਜੇ ਇਹਨਾਂ ਨੂੰ ਸਮਝਾ ਨਹੀਂ ਰਹੇ ਹੁੰਦੇ, ਉਹਨੂੰ ਲਿਖਣ ਦੇ ਬਾਰੇ ਦੱਸਦੇ ਆ, ਉਹ ਸਹੀ ਦੀ ਗੱਲ ਕਰ ਰਿਹਾ, ਸਹੀ ਨਹੀਂ ਕਰ ਸਕੇ ਕਿਉਂਕਿ ਨਿਯਮ ਉਹਨਾਂ ਨੂੰ ਹਜੇ ਤੱਕ ਪੜ੍ਹਾਏ ਨਹੀਂ ਗਏ। ਨਿਯਮ ਪੜ੍ਹਾਉਣੇ ਕਦੋਂ ਆਪਾਂ ਮਿਡਲ ਜਮਾਤ ਦੇ ਵਿੱਚ ਜਾ ਕੇ। ਹਾਂ, ਮਿਡਲ ਜਮਾਤ ਦੇ ਵਿੱਚ ਆਪਾਂ ਨਿਯਮ ਪੜ੍ਹਾਉਣੇ ਆ। ਨਿਯਮ ਕਿਹੜੇ ਆ? ਵਿਆਕਰਨ। ਹੁਣ ਵਿਆਕਰਨ ਦੇ ਵਿੱਚ ਆਪਾਂ ਜਿਹੜੇ ਵਾਕ ਰਚਨਾ ਕਿਸ ਤਰ੍ਹਾਂ ਕਰਨੀ ਹੈ, ਕਿੱਦਾਂ, ਕੀ ਵਰਤਣਾ, ਨਾਮ ਕਿਵੇਂ ਵਰਤਣਾ, ਇਹ ਸਾਰੀਆਂ ਚੀਜ਼ਾਂ ਦੱਸਾਂਗੇ ਮਿਡਲ ਦੇ ਵਿੱਚ। ਹੁਣ ਦੇਖ ਲਓ, ਪ੍ਰਾਇਮਰੀ ਦੇ ਵਿੱਚ ਕੀ ਕਮੀਆਂ ਨੇ, ਮਿਡਲ ਦੇ ਵਿੱਚ ਕੀ ਕਮੀਆਂ ਨੇ ਵਾਕ ਰਚਨਾ ਦੀ। ਠੀਕ ਹੈ, ਉਹਨਾਂ ਨੂੰ ਨਿਯਮ ਦੇ ਬਾਰੇ ਗਿਆਨ ਕਰਵਾਉਣਾ। ਉਸ ਦਾ ਲਿਖਣ ਕੌਸ਼ਲ, ਜੇ ਵਾਕ ਰਚਨਾ ਕਰਵਾਵਾਂਗੇ ਤਾਂ ਹੀ ਤਾਂ ਲਿਖ ਸਕਦਾ ਚੰਗੀ ਤਰ੍ਹਾਂ, ਕਿ ਵਾਕ ਹੀ ਨਹੀਂ ਉਹਨੂੰ ਲਿਖਣਾ ਹੈ। ਦੱਦਾ ਦੇ ਕਿੱਥੇ ਲਿਖਣਾ ਹੈ, ਹਨ ਕਿੱਥੇ ਲਿਖਣਾ ਆ। ਉਸ ਤੋਂ ਬਾਅਦ ਨਿਯਮ ਜਿਹੜੇ ਇਹ ਸਾਰੀ ਚੀਜ਼ ਵੀ, ਦੱਦਾ ਕਿੱਥੇ, ਦਾ ਕਿੱਥੇ ਆਊਗਾ। ਠੀਕ ਹੈ, ਉਸ ਤੋਂ ਬਾਅਦ ਜਿਹੜੇ ਕਿ ਵੱਖ-ਵੱਖ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਭਾਸ਼ਾ ਦੀਆਂ। ਅੱਗੇ ਦੇਖੋ, ਵਿਸ਼ਰਾਮ ਚਿੰਨ੍ਹਾਂ ਦੀ ਸਹੀ ਜਿਹੜੀ ਜਾਣਕਾਰੀ ਦੇਣੀ। ਦੇਖੋ, ਹੁਣ ਇਹੀ ਗੱਲ ਆ ਗਈ, ਪ੍ਰਾਇਮਰੀ ਪੱਧਰ ਤੇ ਵਿਸ਼ਰਾਮ ਚਿੰਨ੍ਹਾਂ ਦਾ ਕੋਈ ਮਹੱਤਵ ਨਹੀਂ ਰਹਿੰਦਾ। ਪ੍ਰਾਇਮਰੀ ਪੱਧਰ ਤੇ ਵਿਸ਼ਰਾਮ ਚਿੰਨ੍ਹਾਂ ਦਾ ਕੋਈ ਮਹੱਤਵ ਰਹਿੰਦਾ ਜਾਂ ਨਹੀਂ ਰਹਿੰਦਾ? ਤੁਸੀਂ ਕਹੋਗੇ ਨਹੀਂ ਰਹਿੰਦਾ, ਪ੍ਰਸ਼ਨ ਘੁਮਾ ਫਿਰਾ ਕੇ ਆਜੂ। ਪਰ ਵਿਸ਼ਰਾਮ ਚਿੰਨ੍ਹਾਂ ਦਾ ਮਿਡਲ ਦੇ ਲਈ ਬਹੁਤ ਜ਼ਰੂਰੀ ਰਹਿੰਦਾ। ਕਿੱਥੇ ਰੁਕਣਾ ਆ, ਕਿਉਂਕਿ ਬੱਚੇ ਨੂੰ ਉੱਥੇ ਲੈਅ ਸਿਖਾਈ ਜਾਂਦੀ ਆ ਵੀ ਤੁਸੀਂ ਰੁਕੋ ਨਾ ਜਾਣ ਦਿਓ, ਰੋਕੋ ਨਾ ਜਾਣ ਦਿਓ। ਇਹਨਾਂ ਵਿੱਚ ਦੋਨਾਂ ਵਿੱਚ ਫਰਕ ਹੈ। ਮੈਂ ਬਹੁਤ ਵਾਰੀ ਇਹ ਉਦਾਹਰਨ ਦੱਸਦੀ ਆ, ਸਭ ਤੋਂ ਵਧੀਆ ਉਦਾਹਰਨ ਇਹੀ ਹੈ ਵੀ ਵਿਸ਼ਰਾਮ ਚਿੰਨ੍ਹਾਂ ਦਾ ਸਹੀ ਉਪਯੋਗ ਕਿੱਦਾਂ ਕਰਨਾ। ਪ੍ਰਾਇਮਰੀ ਪੱਧਰ ਤੇ ਬੱਚਿਆਂ ਦੇ ਅੰਦਰ ਹਜੇ ਵਿਕਾਸ ਨਹੀਂ ਹੋਇਆ ਹੁੰਦਾ, ਕਿਉਂਕਿ ਉਦੋਂ ਤਾਂ ਹਜੇ ਆਪਾਂ ਉਹਨੂੰ ਵਿਆਕਰਨ ਪੜ੍ਹਾਉਣੀ ਆ। ਜਿਹੜੀ 6ਵੀਂ ਤੋਂ ਲੈ ਕੇ 8ਵੀਂ ਦੇ ਵਿੱਚ ਆਪਾਂ ਥੋੜੀ ਬਹੁਤ ਉਹਨੂੰ ਵਿਆਕਰਨ ਪੜ੍ਹਾ ਦਿੰਦੇ ਆ। ਉੱਥੇ ਤਾਂ ਵਿਸ਼ਰਾਮ ਚਿੰਨ੍ਹ ਆਉਣਗੇ ਨਾ। ਹੁਣ ਛੋਟੇ ਬੱਚੇ ਨੂੰ ਕਹਾਂਗੇ ਇੱਥੇ ਕੌਮਾ ਲਗਾ ਦਿਓ, ਕੌਮਾ ਲਗਾ ਦੇਗਾ, ਉਹਦਾ ਅਸਲੀ ਮਤਲਬ ਨਹੀਂ ਨਾ ਪਤਾ ਹੁੰਦਾ ਕੌਮਾ ਕਿਉਂ ਲਗਾਉਣਾ। ਇਹੀ ਚੀਜ਼ਾਂ ਅੱਗੇ ਦੇਖੋ ਕਿ ਉਹਨਾਂ ਨੂੰ ਵਿਸ਼ੇ ਅਨੁਸਾਰ ਭਾਸ਼ਾ ਸ਼ੈਲੀ ਦੀ ਵਰਤੋਂ ਕਰਨਾ ਸਿਖਾਉਣਾ। ਦੇਖੋ, ਛੋਟੇ ਬੱਚੇ ਨੂੰ ਭਾਸ਼ਾ ਸ਼ੈਲੀ ਦੀ ਜਿਹੜੀ ਵਰਤੋਂ ਆ ਉਹ ਸਿਖਾਈ ਤਾਂ ਜ਼ਰੂਰ ਜਾਏਗੀ, ਪਰ ਉਹ ਪੂਰਨ ਤੌਰ ਤੇ ਨਹੀਂ ਸਿਖਾਈ ਜਾਏਗੀ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਆ, ਵਾਕ ਰਚਨਾ ਦੀ ਇਹੀ ਆ ਕਿ ਵਾਕ ਰਚਨਾ ਦੇ ਨਾਲ ਵਾਕ ਰਚਨਾ ਕਰਵਾਤੀ, ਉਸ ਤੋਂ ਬਾਅਦ ਸ਼ੈਲੀ ਦੀ ਤਾਂ ਲੋੜ ਪਊਗੀ ਨਾ, ਕਿਹੜੀ ਸ਼ੈਲੀ ਦੇ ਵਿੱਚ ਆ, ਕਿਵੇਂ ਲਿਖਣਾ ਆ। ਹਾਂਜੀ, ਤੇ ਉਸ ਦੇ ਨਾਲ ਜਿਹੜੀ ਭਾਸ਼ਾ ਦੀ ਸ਼ੈਲੀ ਆ ਉਹੀ ਦੇਖਣੀ ਹੈ, ਕਿਸ ਤਰ੍ਹਾਂ ਸ਼ੈਲੀ ਹੈ, ਕਿਸ ਤਰ੍ਹਾਂ ਸਿਖਾਉਣਾ ਚਾਹੀਦਾ। ਇਹੀ ਹੈ ਨਾ, ਆਪਣਾ ਮਿਡਲ ਜਮਾਤ ਦੇ ਲਈ ਜ਼ਰੂਰੀ ਹੈ। ਅਗਰ ਭਾਸ਼ਾ ਸ਼ੈਲੀ ਮਿਡਲ ਜਮਾਤ ਦੇ ਲਈ ਜ਼ਰੂਰੀ ਹੈ, ਅਗਰ ਭਾਸ਼ਾ ਸ਼ੈਲੀ ਦੇ ਵਿੱਚ ਸਹੀ ਤਰ੍ਹਾਂ ਨਹੀਂ ਲਿਖ ਸਕਦਾ, ਫਿਰ ਲਿਖਣ ਕੌਸ਼ਲ ਦਾ ਕੋਈ ਮਹੱਤਵ ਨਹੀਂ ਰਹੇਗਾ ਮਿਡਲ ਜਮਾਤਾਂ ਦੇ ਲਈ। ਹੁਣ ਦੇਖ ਲਓ, ਵੱਖ-ਵੱਖ ਤਰ੍ਹਾਂ ਦੀਆਂ ਵੱਖ-ਵੱਖ ਉਦਾਹਰਨਾਂ ਦੇ ਕੇ ਤੇ ਪ੍ਰਾਇਮਰੀ ਪੱਧਰ ਤੇ ਅਤੇ ਮਿਡਲ ਪੱਧਰ ਤੇ ਮੈਂ ਤੁਹਾਨੂੰ ਕਰਵਾ ਰਿਹਾ, ਕਿਉਂਕਿ ਪ੍ਰਸ਼ਨ ਇਸ ਤਰ੍ਹਾਂ ਹੀ ਆਉਂਦੇ ਆ। ਉੱਤੇ ਦੇਖੋ, ਬੱਚਿਆਂ ਵਿੱਚ ਤਰਕਪੂਰਨ ਲਿਖਤ ਦਾ ਹੁਨਰ ਪੈਦਾ ਹੁੰਦਾ। ਮਤਲਬ ਤਰਕ ਦਾ ਮਤਲਬ ਕੀ ਆ? ਲੌਜੀਕਲ। ਦੇਖੋ, ਲੌਜੀਕਲ ਸੋਚੇਗਾ ਤੇ ਫਿਰ ਤਾਂ ਬੱਚਾ ਲਿਖੇਗਾ। ਹੁਣ ਲੌਜੀਕਲ ਕਿਵੇਂ ਸੋਚੇਗਾ? ਜੇਕਰ ਆਪਾਂ ਪੜ੍ਹਾਉਣੇ ਆ ਉਹਨੂੰ, ਪੜ੍ਹਾਵਾਂਗੇ ਤਾਂ ਹੀ ਜੇ ਵਧੀਆ ਲਿਖ ਸਕੇਗਾ। ਲਿਖਣ ਦਾ ਮਤਲਬ ਕੀ ਹੈ ਕਿ ਉਹ ਸਮਝ ਸਕੇ, ਜੋ ਚੀਜ਼ ਲਿਖੀ ਆ ਉਹਦਾ ਤਰਕਪੂਰਨ ਦੇ ਨਾਲ ਸਮਝ ਸਕੇ, ਲਿਖ ਸਕੇ, ਉਹ ਚੀਜ਼ਾਂ ਦਾ ਅੰਤਰ ਪਤਾ ਕਰ ਸਕੇ। ਲਿਖਣ ਕੌਸ਼ਲ ਦਾ ਮਤਲਬ ਇਹ ਹੈ ਨਾ ਵੀ ਉਹ ਦੁਹਰਾਈ ਕਰ ਸਕੇ, ਉਹਦੇ ਅੰਦਰ ਅੰਤਰ ਪਤਾ ਕਰ ਸਕੇ। ਹੁਣ ਦੇਖੋ ਕਿ ਬੱਚਿਆਂ ਨੂੰ ਤਰਕਪੂਰਨ ਲੌਜੀਕਲ ਲਿਖਣ ਸਿਖਾਉਣਾ ਆ, ਵੀ ਸਹੀ ਚੀਜ਼ਾਂ ਲਿਖਣੀਆਂ, ਤੇ ਉਹ ਕਿੱਦਾਂ ਆਵੇਗਾ? ਪ੍ਰਾਇਮਰੀ ਦੇ ਲਈ ਤਾਂ ਇਹ ਬਿਲਕੁਲ ਨਹੀਂ ਹੈ। ਪ੍ਰਾਇਮਰੀ ਦੇ ਲਈ ਤਾਂ ਉਹਦੇ ਅੰਦਰ ਵਿਕਾਸ ਹੀ ਨਹੀਂ ਹੋਇਆ, ਇਸ ਕਰਕੇ ਇਹਨੂੰ ਤਾਂ ਨਾ ਮੰਨੋ ਤਰਕਪੂਰਨ। ਪ੍ਰਾਇਮਰੀ ਪੱਧਰ ਤੇ ਬੱਚਾ ਨਹੀਂ ਸਿੱਖਦਾ। ਤੁਹਾਨੂੰ ਪੁੱਛਿਆ ਜਾ ਸਕਦਾ ਲਿਖਤੀ ਰੂਪ ਜਾਂ ਲਿਖਣ ਕੌਸ਼ਲ ਤਰਕਪੂਰਨ ਕਦੋਂ ਆਉਂਦਾ? ਤੁਸੀਂ ਕਹੋਗੇ ਮਿਡਲ ਜਮਾਤਾਂ ਦੇ ਲਈ ਆਉਂਦਾ, ਪ੍ਰਾਇਮਰੀ ਪੱਧਰ ਦੇ ਵਿੱਚ ਨਹੀਂ ਆਉਂਦਾ। ਇਹ ਚੀਜ਼ ਯਾਦ ਕਰ ਲਿਓ। ਤੇ ਕੋਈ ਤਰਕਪੂਰਨ ਨਹੀਂ, ਲੌਜੀਕਲ ਬੱਚਾ ਨਹੀਂ ਸੋਚਦਾ। ਪਹਿਲੀ ਤੋਂ ਲੈ ਕੇ 5ਵੀਂ ਤੱਕ ਬੱਚਾ ਨਹੀਂ ਸੋਚਦਾ, ਉਹਦੀ ਹਜੇ ਸੋਚ ਵਿਕਸਿਤ ਨਹੀਂ ਹੋਈ ਹੁੰਦੀ। 6ਵੀਂ ਤੋਂ ਲੈ ਕੇ 8ਵੀਂ ਤੱਕ ਦੀ ਜਿਹੜੀ ਕਲਾਸਾਂ ਰਹਿੰਦੀ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ ਬੱਚੇ ਦੇ, ਪਰ ਉਦੋਂ ਵੀ ਹਜੇ ਲਿਖਣ ਕੌਸ਼ਲ ਆ, ਉਹਦੇ ਵਿੱਚ ਹੁਨਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ। ਇਹ ਚੀਜ਼ਾਂ ਦੇਖ ਲਓ, ਬਹੁਤ ਜ਼ਰੂਰੀ ਹੈ। ਅੱਗੇ ਦੇਖੋ, ਉਹਨਾਂ ਵਿੱਚ ਲਿਖਣ ਕੌਸ਼ਲ ਦੇ ਵੱਖ-ਵੱਖ ਰੂਪਾਂ ਵਿੱਚ ਰੁਚੀ ਵਿਕਸਿਤ ਕਰਨਾ, ਤਾਂ ਕਿ ਉਹ ਆਪਣੇ ਵਿਚਾਰ ਲਿਖ ਸਕਣ। ਦੇਖੋ, ਇਹ ਵਿਚਾਰ ਲਿਖਣ ਦਾ ਸਭ ਤੋਂ ਵਧੀਆ ਕਿਹਨਾਂ ਦੇ ਲਈ ਹੈ? ਮਿਡਲ ਜਮਾਤਾਂ ਦੇ ਲਈ। ਲਿਖਣ ਕੌਸ਼ਲ ਦਾ ਸਭ ਤੋਂ ਮਹੱਤਵਪੂਰਨ ਰੂਪ ਕੀ ਹੈ? ਕਿ ਇਹੀ ਹੈ ਕਿ ਮਿਡਲ ਜਮਾਤਾਂ ਦੇ ਵਿੱਚ ਉਹ ਚੀਜ਼ਾਂ ਦੇ ਅੰਦਰ ਲਿਖ ਸਕਣ, ਪੇਪਰ ਦੇ ਸਕਣ। ਨਾਲ ਉਹ ਕੀ ਕਰ ਸਕੇ? ਲਿਖਣ ਕੌਸ਼ਲ ਦੇ ਵਿੱਚ ਹੋਰ ਵੀ ਆ ਕਿ ਉਹ ਅੱਗੇ ਜਿੱਦਾਂ ਕੰਪੀਟੀਸ਼ਨ ਹੁੰਦੇ ਨੇ, ਹਨਾ, ਤਾਂ ਉਸ ਤਰ੍ਹਾਂ ਵੀ ਪ੍ਰੀਖਿਆਵਾਂ ਦੇ ਸਕਣ। ਆਉਣ ਵਾਲੇ ਸਮੇਂ ਦੇ ਵਿੱਚ ਲਿਖਤੀ ਰੂਪ ਦੇਖਣ ਨੂੰ ਮਿਲਦਾ ਹੈ, ਤੇ ਉਹਦੀਆਂ ਕੀ ਆ, ਬਹੁਤ ਸਾਰੀਆਂ ਕਹਿ ਸਕਦੇ
ਪ੍ਰਯੋਗ ਯਾਤਨਾਮਾ ਜਾਂ ਫਿਰ ਕਹਿ ਸਕਦੇ ਹੋ ਕੰਪੀਟੀਸ਼ਨ ਹੁੰਦੇ ਆ ਤੇ ਉਹ ਕੰਪੀਟੀਸ਼ਨ ਦੇ ਵਿੱਚ ਬੱਚਾ ਭਾਗ ਲੈ ਸਕਦਾ ਹੈ। ਇਹੀ ਚੀਜ਼ਾਂ ਨਾ ਲਿਖਣ ਕੌਸ਼ਲ ਦਾ ਤਾਂ ਹੀ ਮਤਲਬ ਹੈ ਕਿ ਆਪਣੇ ਵਿਚਾਰ ਲਿਖ ਕੇ ਕਿਸੇ ਅੱਗੇ ਪੇਸ਼ ਕਰਨੇ, ਉਹ ਵੀ ਵਧੀਆ ਤਰੀਕੇ ਦੇ ਨਾਲ, ਨਵੇਂ-ਨਵੇਂ ਸ਼ਬਦਾਂ ਦੇ ਨਾਲ, ਉਹਦੇ ਅੰਦਰ ਬੱਚੇ ਦੀ ਰੁਚੀ ਪੈਦਾ ਹੋਈ, ਰੁਚੀ ਦਾ ਵਿਕਾਸ ਹੋਏਗਾ, ਵੱਖ-ਵੱਖ ਰੂਪਾਂ ਦੇ ਵਿੱਚ ਰੁਚੀ ਦਾ ਵਿਕਾਸ ਕਰਨਾ, ਉਹ ਆਪਣੇ ਵਿਚਾਰ ਲਿਖ ਕੇ ਪੇਸ਼ ਕਰ, ਕੰਪੀਟੀਸ਼ਨ ਲੜੇਗਾ, ਬੱਚੇ ਦੇ ਅੰਦਰ ਇੰਟਰਸਟ ਪੈਦਾ ਹੋਏਗਾ ਕਿ ਰੁਚੀ ਪੈਦਾ ਹੋਏਗੀ, ਯਾਰ ਬਹੁਤ ਵਧੀਆ ਉਹਦੇ ਲਿਖਣਾ ਹੈ। ਉਸ ਤੋਂ ਬਾਅਦ ਅਗਲਾ ਦੇਖੋ ਕਿ ਵਿਦਿਆਰਥੀਆਂ ਦੀਆਂ ਸਿਰਜਨਾਤਮਕ ਰੁਚੀਆਂ ਵਿਕਸਿਤ ਕਰਨੀਆਂ। ਹੁਣ ਸਿਰਜਨਾਤਮਕ ਰੁਚੀਆਂ ਕਿਹੜੀਆਂ ਹੁੰਦੀਆਂ ਕਿ ਬੱਚਾ ਕ੍ਰੀਏਟੀਵਿਟੀ ਲੈ ਕੇ ਆਵੇ, ਅੰਗਰੇਜ਼ੀ ਦੇ ਵਿੱਚ ਆਪਾਂ ਕ੍ਰੀਏਟੀਵਿਟੀ ਲੈ ਕੇ ਆਵੇ, ਨਵੇਂ-ਨਵੇਂ ਸ਼ਬਦਾਂ ਦੇ ਅੰਦਰ ਉਹਦੇ ਅੰਦਰ ਵਿਕਾਸ ਹੋਵੇ, ਨਵੀਆਂ-ਨਵੀਆਂ ਚੀਜ਼ਾਂ ਭਾਸ਼ਾ ਦੇ ਅੰਦਰ ਉਹ ਕੀ ਕਰ ਸਕੇ, ਆਪਣੇ ਨਾਲ ਮਹਿਸੂਸ ਕਰ ਸਕੇ। ਕਿ ਸੁੰਦਰ ਲਿਖਣ ਦੇ ਨਾਲ ਕੀ ਆ, ਹੁਣ ਦੇਖੋ ਅਗਲਾ ਪੁਆਇੰਟ ਕੀ ਹੈ, ਸੁੰਦਰ ਲਿਖਣ ਲਈ ਪ੍ਰੇਰਨਾ। ਜੇ ਸੁੰਦਰ ਲਿਖਣਾ ਤਾਂ ਹੀ ਆਏਗਾ ਜੇਕਰ ਉਹਦੇ ਅੰਦਰ ਸਿਰਜਨਾਤਮਕ ਸੋਚ ਪੈਦਾ ਹੋਗੀ, ਸਿਰਜਨਾਤਮਕ ਜਿਹੜੀ ਰੁਚੀ ਪੈਦਾ ਹੋਗੀ, ਤਾਂ ਹੀ ਤਾਂ ਲਿਖ ਸਕਦੇ ਨਾ, ਕਿਉਂਕਿ ਅੰਦਰ ਉਹਦੇ ਪਤਾ ਹੀ ਨਾ, ਹੁਣ ਮੇਰਾ ਜੀ ਕਰੇਗਾ ਮੈਂ ਏਦਾਂ ਊੜਾ ਲਿਖਾਂ, ਮੇਰਾ ਜੀ ਕਰਦਾ ਏਦਾਂ ਲਿਖਾਂ, ਜੇ ਉਹਦਾ ਜੀ ਨਾ ਕਰੂ, ਯਾਰ ਵੈਸੇ ਹੀ ਕਹਿ ਰਿਹਾ ਟੀਚਰ ਏਦਾਂ ਹੀ ਲਿਖ ਦਿੰਦੇ ਆ ਏਦਾਂ, ਤਾਂ ਉਹ ਕੋਈ ਫਰਕ ਨਹੀਂ ਪੈਣਾ। ਸੁੰਦਰ ਲਿਖਣਾ ਵੀ ਇੱਥੇ ਖਤਮ ਹੈ ਜੇ ਉਹਦੇ ਅੰਦਰ ਇੱਕ ਕ੍ਰੀਏਟੀਵਿਟੀ ਹੈ, ਸਿਰਜਨਾਤਮਕ ਸੋਚ ਉਹਦੇ ਅੰਦਰ ਹੈ, ਤਾਂ ਹੀ ਉਹ ਸੋਹਣਾ ਲਿਖ ਸਕੇਗਾ। ਹੁਣ ਇੱਕ ਦੂਜੇ ਨਾਲ ਇਹ ਜਿਹੜੇ ਕਿ ਬਿੰਦੂ ਨੇ ਮੇਲ ਖਾਂਦੇ ਨੇ, ਜੇ ਉਹ ਤੁਹਾਨੂੰ ਉੱਪਰ ਵਾਲੀ ਚੀਜ਼ ਨਹੀਂ ਪਤਾ ਲੱਗੀ ਤਾਂ ਨੀਚੇ ਵਾਲੀ ਨਹੀਂ ਪਤਾ ਲੱਗਣੀ। ਹਾਂਜੀ, ਸੁੰਦਰ ਲਿਖਣਾ ਜਿਹੜਾ ਕਿੱਥੇ ਜ਼ਰੂਰੀ ਆ, ਇਹ ਕਹੋਗੇ ਪ੍ਰਾਇਮਰੀ ਦੇ ਲਈ ਸਭ ਤੋਂ ਜ਼ਰੂਰੀ ਆ, ਪ੍ਰਾਇਮਰੀ ਪੱਧਰ ਦੇ ਲਈ ਸਭ ਤੋਂ ਜ਼ਰੂਰੀ ਆ, ਮਿਡਲ ਦੇ ਲਈ ਇੰਨਾ ਨਹੀਂ ਜ਼ਰੂਰੀ, ਪਰ ਇਹ ਲਿਖਣ ਕੌਸ਼ਲ ਹੈ ਜਾਂ ਫਿਰ ਸੁੰਦਰ ਲਿਖਣਾ ਹੈ, ਇਹ ਪ੍ਰਾਇਮਰੀ ਪੱਧਰ ਦੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਬੱਚੇ ਨੂੰ ਸਿਖਾਉਣਾ ਹੈ। ਮਿਡਲ ਦੇ ਲਈ ਇੰਨਾ ਜ਼ਰੂਰੀ ਨਹੀਂ ਹੈ, ਬੱਚੇ ਨੂੰ ਜ਼ਿਆਦਾ ਫੋਕਸ ਸੋਹਣਾ ਲਿਖਣ ਦੇ ਲਈ ਪਹਿਲੀ ਤੋਂ ਲੈ ਕੇ 5ਵੀਂ ਜਮਾਤ ਦੇ ਤੱਕ ਹੀ ਜ਼ਿਆਦਾ ਰੱਖਿਆ ਗਿਆ, ਉਦੋਂ ਹੀ ਜ਼ਿਆਦਾ ਜ਼ੋਰ ਦਿੱਤਾ ਜਾਂਦਾ, ਪਰ ਇਹ 6ਵੀਂ ਤੋਂ ਲੈ ਕੇ 8ਵੀਂ ਤੱਕ ਦੀਆਂ ਕਲਾਸਾਂ ਦੇ ਲਈ ਇੰਨਾ ਜ਼ੋਰ ਨਹੀਂ, ਬਸ ਉਹਨਾਂ ਨੂੰ ਕੰਮ ਕਰਨਾ ਆਉਣਾ ਚਾਹੀਦਾ, ਲਿਖਣਾ ਆਉਣਾ ਚਾਹੀਦਾ, ਥੋੜੇ ਉਹਨਾਂ ਅੰਦਰ ਸ਼ਬਦ ਹੋਣੇ ਚਾਹੀਦੇ, ਬਸ ਇਸ ਤੋਂ ਜ਼ਿਆਦਾ ਕੋਈ ਉਸ ਤੇ ਫੋਕਸ ਨਹੀਂ ਕੀਤਾ ਜਾਂਦਾ, ਕੋਈ ਵੀ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ। ਹਾਂਜੀ, ਅੱਗੇ ਦੇਖੋ ਕਿ ਸੁੰਦਰ ਲਿਖਣ ਲਈ ਸਹੀ ਆਕਾਰ ਲਿਖਣੇ ਸਿਖਾਉਣਾ, ਕਿ ਸੁੰਦਰ ਲਿਖਣ ਦਾ ਕੀ ਆਬਜੈਕਟਿਵ, ਮਤਲਬ ਕਿ ਉਹਦਾ ਉਦੇਸ਼ ਕੀ ਹੈ, ਵੀ ਬੱਚਾ ਸੋਹਣਾ ਤਾਂ ਲਿਖ ਸਕੇ, ਉਹਦਾ ਜਿਹੜਾ ਆਕਾਰ ਆ ਉਹ ਵੀ ਲਿਖ ਸਕੇ। ਹੁਣ ਸੋਹਣਾ ਲਿਖਣਾ ਵੀ ਬਹੁਤ ਤਰ੍ਹਾਂ ਦਾ, ਕੋਈ ਸੋਹਣਾ ਵੱਖ-ਵੱਖ ਤਰ੍ਹਾਂ ਨਾਲ ਲਿਖ ਸਕਦਾ, ਕੋਈ ਸੋਹਣੇ ਅੱਖਰ ਆਕਾਰ ਲਿਖ ਸਕਦਾ। ਆਪਣਾ ਕੀ ਸੁੰਦਰ ਲਿਖਣ ਦੀ ਪ੍ਰੇਰਨਾ ਤਾਂ ਹੀ ਮਿਲੂਗੀ ਜੇਕਰ ਉਹਦੇ ਲਿਖਾਣ ਜਿਹੜੇ ਉਹਦੇ ਅੱਖਰ ਆਕਾਰ ਉਹ ਸਹੀ ਲਿਖ ਸਕੇ, ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਬੱਚੇ ਦਾ ਮੈਂ ਆਕਾਰ ਚੈੱਕ ਕਰੂਗਾ ਵੀ ਹਾਂ ਇਸ ਤਰ੍ਹਾਂ ਤੁਸੀਂ ਆਕਾਰ ਸਹੀ ਪਾਇਆ ਉਹਦੇ ਦਾ, ਮੈਂ ਗੁੱਡ ਦੇਤੀ ਉਹਨੂੰ, ਵੈਰੀ ਗੁੱਡ ਦੇਤੀ, ਤਾਂ ਕਹੂਗਾ ਹਾਂ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਰੂ। ਇਹ ਜਿਹੜਾ ਆਪਾਂ ਦੀ ਥਿਊਰੀਆਂ ਪੜ੍ਹਦੇ ਹਾਂ, ਬੱਚੇ ਦੇ ਅੰਦਰ ਕੀ ਆ, ਇੱਕ ਇਨਾਮ ਲੈਣ ਦੀ ਜਿਹੜੀ ਉਹ ਆ ਮਹਿਸੂਸ ਕਰਨਾ, ਇਨਾਮ ਲੈਣਾ ਮਹਿਸੂਸ ਕਰਨਾ, ਉਹ ਸੋਚੇਗਾ ਯਾਰ ਮੈਨੂੰ ਗੁੱਡ ਮਿਲੀ ਆ, ਮੈਂ ਆਉਣ ਸਮੇਂ ਦੇ ਵਿੱਚ ਏਦੋਂ ਵੀ ਵਧੀਆ ਕਰੂੰਗਾ। ਇਹ ਲਿਖਣ ਕੌਸ਼ਲ ਦੇ ਵਿੱਚ ਆ, ਆਪਾਂ ਲਿਖਣ ਕੌਸ਼ਲ ਬੱਚੇ ਦਾ ਨਹੀਂ ਸੁਧਾਰਾਂਗੇ, ਬੱਚੇ ਦਾ ਵਿਕਾਸ ਨਹੀਂ ਹੋਏਗਾ, ਭਾਸ਼ਾ ਦੇ ਉੱਤੇ ਪੂਰਨ ਉਹਦਾ ਅਧਿਕਾਰ ਨਹੀਂ ਪੈਦਾ ਹੋ ਸਕਦਾ। ਹੁਣ ਦੇਖੋ ਅਗਲਾ ਕੀ ਕਹਿ ਰਿਹਾ ਕਿ ਲਿਖਣ ਕੌਸ਼ਲ ਦੀਆਂ ਅਵਸਥਾ, ਲਿਖਣ ਕੌਸ਼ਲ ਦੀਆਂ ਕੀ ਅਵਸਥਾ ਨੇ, ਉਸ ਚੀਜ਼ ਨੂੰ ਦੇਖ ਲਓ ਕਿ ਲਿਖਣ ਕੌਸ਼ਲ ਦੀਆਂ ਵੱਖ-ਵੱਖ ਅਵਸਥਾ ਰਹਿੰਦੀਆਂ ਨੇ। ਅਵਸਥਾ ਕੀ ਆ, ਬੱਚਿਆਂ ਨੂੰ ਮਿਤੀਵਤ ਲਿਖਣਾ ਸਿਖਾਉਣ ਦੇ ਲਈ ਕੁਝ ਅਵਸਥਾ ਵਿੱਚੋਂ ਲੰਘਣਾ ਪੈਂਦਾ ਹੈ, ਤੇ ਉਹ 4 ਅਵਸਥਾ ਨੇ, ਯਾਦ ਕਰ ਲਿਓ। ਸਭ ਤੋਂ ਪਹਿਲੀ ਹੈ ਸਿੱਖਣ ਦੀ ਤਿਆਰੀ, ਪਹਿਲੀ ਅਵਸਥਾ ਕੀ ਹੈ, ਸਿੱਖਣ ਦੀ ਤਿਆਰੀ ਹੈ। ਦੂਜਾ ਕੀ ਹੈ, ਅੱਖਰ ਦੀ ਰਚਨਾ, ਕਿ ਬੱਚੇ ਦੇ ਅੰਦਰ ਅੱਖਰ ਦੀ ਰਚਨਾ ਪੈਦਾ ਕਰ ਦੇਣੀ। ਤੀਸਰਾ ਹੈ ਸ਼ਬਦ ਰਚਨਾ ਤੇ ਵਾਕ ਰਚਨਾ, ਤੀਸਰੀ ਅਵਸਥਾ ਕੀ ਆ, ਸ਼ਬਦ ਰਚਨਾ ਕਰ ਸਕੇ ਤੇ ਸ਼ਬਦਾਂ ਦੇ ਨਾਲ ਦੋ ਵਾਕ ਵੀ ਲਿਖ ਸਕੇ। ਉਸ ਤੋਂ ਬਾਅਦ ਕੀ ਹੈ, ਲਿਖਣ ਦਾ ਅਭਿਆਸ ਤੇ ਆਦਰਸ਼ ਲਿਖਣਾ, ਕਿ ਅਭਿਆਸ ਕਰ ਸਕੇ, ਵਾਰ-ਵਾਰ ਵਾਰ-ਵਾਰ ਲਿਖੇਗਾ, ਯਾਦ ਕਰੇਗਾ, ਉਹਦੇ ਅੰਦਰ ਲਿਖਣ ਦਾ ਜਿਹੜਾ ਕੌਸ਼ਲ ਆ ਉਹਦੀ ਜਿਹੜੀ ਵਿਕਾਸ ਹੋਏਗਾ, ਲਿਖਣ ਕੌਸ਼ਲ ਦਾ ਵਿਕਾਸ ਹੋਏਗਾ। ਅਵਸਥਾ 4 ਨੇ, ਮਤਲਬ ਅਵਸਥਾ ਦਾ ਮਤਲਬ ਹੈ ਸਟੇਜਸ, ਤਾਂ ਕਿੰਨੀਆਂ ਅਵਸਥਾ ਨੇ, 4 ਨੇ। ਪਹਿਲੀ ਕੀ ਆ, ਸਭ ਤੋਂ ਪਹਿਲਾਂ ਬੱਚੇ ਦੇ ਅੰਦਰ ਦੇਖੋ, ਸਭ ਤੋਂ ਪਹਿਲਾਂ ਕੀ ਆਪਾਂ ਕਿਤੇ ਜਾਣਾ ਹੈ, ਪਹਿਲਾਂ ਤਿਆਰੀ ਕਰਦੇ ਆ ਨਾ, ਉਸੇ ਤਰ੍ਹਾਂ ਹੀ ਆਪਾਂ ਹੁਣ ਪੇਪਰ ਦੇਣ ਜਾਣਾ ਆ, ਤਾਂ ਉਹ ਪੇਪਰ ਦੀ ਆਪਾਂ ਤਿਆਰੀ ਕਰਾਂਗੇ ਨਾ, ਤਿਆਰੀ ਕਰਨੀ ਕਿਵੇਂ ਹੋਵੇਗੀ, ਆਪਾਂ ਸਿੱਖਾਂਗੇ। ਸਿੱਖਾਂਗੇ ਕੀ, ਪਹਿਲਾਂ ਆਪਾਂ ਥਿਊਰੀ ਕਲਾਸਾਂ ਤੁਸੀਂ ਜਿਵੇਂ ਮੇਰੇ ਕੋਲੇ ਆ ਕੇ ਲਗਾ ਰਹੇ ਹੋ, ਉਹ ਸਿੱਖਣ ਦੀ ਜਿਹੜੀ ਇੱਕ ਤਿਆਰੀ ਆ, ਵੀ ਤੁਸੀਂ ਦੇਖ ਰਹੇ ਹੋ ਸਿਲੇਬਸ ਕੀ ਹੈ, ਉਹਦੇ ਨਾਲ ਜੀ ਕਿੰਨਾ ਕੁ ਪ੍ਰਸ਼ਨ ਆਉਂਦੇ ਨੇ, MCQ ਕਿਸ ਤਰ੍ਹਾਂ ਦੇ ਆਉਂਦੇ ਨੇ, ਕਿੰਨੇ ਆਉਂਦੇ ਨੇ, ਇਹ ਸਿੱਖਣ ਦੀ ਤਿਆਰੀ ਚੱਲ ਰਹੀ ਆ। ਉਸ ਤੋਂ ਬਾਅਦ ਅੱਖਰ ਰਚਨਾ, ਵੀ ਅੱਖਰ ਕਿਵੇਂ ਪਾਉਣੇ ਆ, ਹੁਣ ਤੁਸੀਂ ਅੱਖਰ ਰਚਨਾ ਦੇਖ ਲਈ, ਅੱਖਰ ਦੀ ਰਚਨਾ ਕਿਵੇਂ ਕਰਨੀ ਹੈ। ਤੁਸੀਂ ਹੁਣ ਅੱਖਰ ਰਚਨਾ ਆਪਣੇ ਨਾਲ ਕੰਪੈਰੀਜ਼ਨ ਕਰੋ ਕਿ ਕੀ ਹੋਇਆ, ਅੱਖਰ ਰਚਨਾ ਜਿਹੜੀ ਅੱਖਰ ਦੀ ਰਚਨਾ ਹੈ ਉਹ ਲਗਾ ਲਓ ਤੁਸੀਂ MCQ ਕਰਨ ਵਾਲੇ ਲੱਗ ਗਏ ਜਾਂ ਥਿਊਰੀ ਕਰਨ ਲੱਗ ਗਏ, ਉਹ ਕੀ ਆਪਣਾ ਅੱਖਰ ਰਚਨਾ, ਮੈਂ ਐਗਜ਼ਾਮਪਲਾਂ ਦੇ ਰਿਹਾ, ਇਹ ਸੱਚ ਨਹੀਂ ਹੈ, ਵੀ ਤੁਹਾਡੇ ਨਾਲ ਜੋੜ ਕੇ ਦੱਸ ਰਿਹਾ। ਅੱਖਰ ਸਿੱਖਣ ਦੀ ਤਿਆਰੀ ਮਤਲਬ ਤੁਸੀਂ ਦੇਖ ਲਿਆ ਸਿਲੇਬਸ ਕੀ ਆ, ਯਾਰ ਮੈਂ ਅੱਜ ਪੜ੍ਹਨਾ ਸਟਾਰਟ ਕਰ ਦੂੰਗਾ ਕਿਉਂਕਿ PSTET ਜਾਂ CTET ਚ ਥੋੜੇ ਦਿਨ ਹੀ ਰਹਿ ਗਏ ਨੇ, ਤੇ ਉਹਦੇ ਸਿੱਖਣ ਦੀ ਤਿਆਰੀ ਕਰਨੀ ਸ਼ੁਰੂ ਕਰ ਦੇਣਾ ਆ, ਵੀ ਸਿਲੇਬਸ ਦੇਖੂ, MCQ ਦੇਖੂਗਾ, ਕਿੰਨਾ ਟਾਈਮ ਲੱਗਦਾ, ਕਿੰਨਾ ਕੁ ਸਿਲੇਬਸ ਆ, ਕਿਹੜੇ ਟੌਪਿਕ ਆ, ਕਿੰਨੇ ਕੁ ਵਿਸ਼ੇ ਆਉਂਦੇ ਨੇ ਇਹਦੇ ਵਿੱਚ, ਇਹ ਚੀਜ਼ਾਂ ਸਿੱਖਣ ਦੀ ਤਿਆਰੀ ਹੋਊਗੀ, ਪਹਿਲੀ ਅਵਸਥਾ।
शुरू कर दिया, किताब लै ली, पहला आप सिलेबस देखांगे, एग्जाम देगा किस तरह। फिर की है ਅੱਖਰ ਦੀ ਰਚਨਾ ਕੀ ਹੈ, ਜਾਂ ਤਾਂ ਫਿਰ ਆਪਾਂ ਐਮਸੀਕਿਊ ਤੋਂ ਸਟਾਰਟ ਕਰਾਂਗੇ ਜਾਂ ਫਿਰ ਥਿਊਰੀ, ਜਿਹੜੀ ਥਿਊਰੀ ਕਲਾਸ ਆਪਾਂ ਲਗਾਈਆਂ ਨੇ ਤੁਸੀਂ ਉੱਥੇ, ਉਹੀ ਤਾਂ ਅੱਖਰ ਰਚਨਾ ਨਾ। ਅੱਖਰ ਰਚਨਾ ਮਤਲਬ ਤੁਸੀਂ ਆਪਦੇ ਅੰਦਰ ਉਹ ਜਿਹੜੇ ਕਨਸੈਪਟ ਆ ਪੈਦਾ ਕਰ ਲਓਗੇ, ਠੀਕ ਹੈ। ਉਸ ਤੋਂ ਬਾਅਦ ਕੀ ਅੱਖਰ ਰਚਨਾ ਕਰ ਲਈ, ਐਮਸੀਕਿਊ ਥਿਊਰੀ ਦੇਖ ਲਈ, ਹੁਣ ਕੀ ਹੈ ਸ਼ਬਦ ਰਚਨਾ ਜਾਂ ਵਾਕ ਰਚਨਾ ਹੋਵੇਗੀ। ਹੁਣ ਤੁਸੀਂ ਕਹੋਗੇ ਸ਼ਬਦ ਰਚਨਾ ਵਾਕ ਰਚਨਾ, ਹੁਣ ਤੁਸੀਂ ਥਿਊਰੀ ਕਰ ਲਈ ਚੰਗੀ ਤਰ੍ਹਾਂ, ਐਮਸੀਕਿਊ ਕਰ ਲਏ, ਉਹਦੇ ਅੰਦਰ ਕਨਸੈਪਟ ਕੀ ਰਹਿੰਦੇ ਨੇ, ਕਨਸੈਪਟ ਤੁਸੀਂ ਇੱਥੇ ਡਿਸਕਸ ਕਰ ਲਓਗੇ। ਹੁਣ ਇੱਥੇ ਕਨਸੈਪਟਾਂ ਦੇ ਨਾਲ ਤੁਸੀਂ ਐਮਸੀਕਿਊ ਡਿਸਕਸ ਕਰੋਗੇ, ਕਿਉਂਕਿ ਇੱਥੇ ਅੰਦਰ ਸ਼ਬਦ ਰਚਨਾ ਆ ਗਈ, ਵਾਕ ਰਚਨਾ। ਇਸ ਤਰ੍ਹਾਂ ਹੀ ਭਾਸ਼ਾ ਦੇ ਵਿੱਚ ਪਹਿਲਾ ਬੱਚਾ ਸਿੱਖਣ ਲੱਗ ਜਾਏਗਾ, ਫਿਰ ਕੀ ਅੱਖਰ ਦੀ ਰਚਨਾ ਕਰੇਗਾ, ਏਦਾਂ ਊੜਾ ਲਿਖੇਗਾ, ਆੜਾ ਲਿਖੇਗਾ, ਈੜੀ ਲਿਖੇਗਾ, ਫਿਰ ਕੀ ਇੱਥੇ ਊੜਾ ਆੜਾ ਈੜੀ ਲਿਖਣ ਲੱਗ ਜਾਏਗਾ। ਮੰਨ ਲਓ ਕਿ ਆਕਾਰ ਲਿਖਣ ਦੀ ਕੋਸ਼ਿਸ਼ ਕਰੇਗਾ, ਇਸ ਲਿਖਣ ਦੀ ਕੋਸ਼ਿਸ਼ ਕਰੇਗਾ, ਕਿ ਸ਼ਬਦਾਂ ਨੂੰ ਜੋੜਨਾ ਆ ਗਿਆ। ਫਿਰ ਇੱਥੇ ਕੀ ਸ਼ਬਦਾਂ ਨੂੰ ਜੋੜ ਕੇ ਵਾਕ ਬਣਨਾ ਆ ਗਿਆ, ਜਿਵੇਂ ਕਿ ਮੈਂ ਸੌ ਗਿਆ, ਤਾਂ ਬੱਚਾ ਇੱਥੇ ਕੀ ਸਿੱਖ ਗਿਆ ਨਾ, ਮੈਂ ਸੌ ਗਿਆ ਮਤਲਬ ਕਿ ਇੱਥੇ ਵਾਕ ਬਣ ਗਿਆ, ਪੂਰਾ ਵਾਕ ਸਿੱਖ ਲਿਆ ਬੱਚੇ ਨੇ, ਵਾਕ ਬਣ ਗਿਆ। ਇਹ ਤੀਸਰੀ ਹੈਗੀ ਹੈ। ਉਸ ਤੋਂ ਬਾਅਦ ਕੀ ਆ, ਹੁਣ ਸਭ ਕੁਝ ਸਿਖਾਤਾ, ਹੁਣ ਤੁਸੀਂ ਦੇਖ ਲਓ, ਤੁਹਾਨੂੰ ਸਭ ਕੁਝ ਸਿਖਾਤਾ, ਤੁਸੀਂ ਐਮਸੀਕਿਊ ਕਰ ਲਏ, ਕਨਸੈਪਟ ਕਰ ਲਏ, ਹੁਣ ਤੁਸੀਂ ਆਪਣੇ ਖੁਦ ਆਪਣੀ ਅਭਿਆਸ ਕਰੋਗੇ। ਹੁਣ ਜਿੰਨੇ ਤੁਸੀਂ ਸਾਰੇ ਸੈਸ਼ਨਾਂ ਦੇ ਐਮਸੀਕਿਊ ਕੀਤੇ ਨੇ, ਜੋ ਤੁਸੀਂ ਨੋਟਸ ਬਣਾਏ ਨੇ, ਅੰਗਰੇਜ਼ੀ ਦੀ ਗੱਲ ਕरें, ਨੋਟਸ ਬਣਾਏ ਨੇ, ਤਾਂ ਉਹ ਨੋਟਸ ਬਣਾਏ ਨੇ ਉਹਨੂੰ ਦੂਰੀ ਵਾਰ ਪੜੋਗੇ, ਜਿੱਥੇ ਜਿੱਥੇ ਤੁਹਾਨੂੰ ਕਮੀਆਂ ਲੱਗੀਆਂ ਉਹਨੂੰ ਸੁਧਾਰੋਗੇ, ਤੇ ਉਹ ਲਿਖਤੀ ਰੂਪ ਸਾਹਮਣੇ ਆਏਗਾ। ਜੋ ਤੁਸੀਂ ਲਿਖਿਆ ਆ ਉਸੇ ਤਰ੍ਹਾਂ ਹੀ ਬੱਚਾ ਇੱਥੇ ਸਭ ਕੁਝ ਸਿੱਖ ਗਿਆ। ਹੁਣ ਇਹਨੂੰ ਕਵਾਂਗੇ ਤੁਸੀਂ ਅਣਡਿੱਠਾ ਪੈਰਾ ਲਿਖੋ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਲੇਖ ਲਿਖੋ, ਬਹੁਤ ਸਾਰੇ ਇਦਾਂ ਦੇ ਨੇ ਲੇਖ ਲਿਖੋ, ਹਨਾ, ਦਰਖਤ ਕਿਉਂ ਜ਼ਰੂਰੀ ਨੇ, ਵਾਤਾਵਰਨ ਤੇ ਲੇਖ ਲਿਖੋ। ਇਸ ਤਰ੍ਹਾਂ ਲੇਖ ਲਿਖਾਵਾਂਗੇ, ਲਿਖਣ ਦੀ ਅਭਿਆਸ ਹੋਏਗੀ। ਲਿਖਣ ਦੇ ਨਾਲ ਕੀ ਆ, ਉਹਦੇ ਅੰਦਰ ਜੋ ਵਿਚਾਰ ਆ ਉਹ ਪੇਸ਼ ਕਰ ਸਕਦਾ ਹੈ। ਵਿਚਾਰਾਂ ਦੇ ਨਾਲ ਜੋ ਉਹਦੇ ਅੰਦਰ ਕਮੀਆਂ ਉਹ ਅਧਿਆਪਕ ਦੱਸੇਗਾ, ਤੂੰ ਅਭਿਆਸ ਕਰ ਰਿਹਾ ਤੇ ਇਹਦੇ ਅੰਦਰ ਤੁਹਾਡੀ ਇਹ ਕਮੀਆਂ ਨੇ। ਤੁਸੀਂ ਵੀ ਤਾਂ ਇੱਥੇ ਕਹੋਗੇ ਨਾ, ਜੇ ਤੁਸੀਂ ਐਮਸੀਕਿਊ ਕਰ ਰਹੇ ਹੋ ਤੁਹਾਨੂੰ ਪਤਾ ਲੱਗ ਜਾਏਗਾ ਯਾਰ ਐਮਸੀਕਿਊ ਗਲਤ ਆ, ਕਿਉਂ ਗਲਤ ਹੈ, ਇਹਦੇ ਅੰਦਰ ਮੇਰਾ ਕਨਸੈਪਟ ਸਹੀ ਨਹੀਂ ਹੈ, ਉਹਨੂੰ ਮੈਂ ਗਲਤ ਕਰ ਦੇਵਾਂਗਾ, ਠੀਕ ਹੈ। ਇਹਨੂੰ ਜਾਣ ਲਿਆ, ਪਰ ਫਿਰ ਵੀ ਮੈਂ ਇੱਕ ਵਾਰੀ ਇਹਨੂੰ ਡਿਟੇਲ ਦੇ ਨਾਲ ਸਮਝਾਉਂਗਾ, ਇਹਦੀ ਪੂਰੀ ਪਰਿਭਾਸ਼ਾ ਦੇ ਨਾਲ, ਟੈਨਸ਼ਨ ਨਾ ਲਓ, ਕਿਉਂਕਿ ਜ਼ਰੂਰੀ ਆ। ਅਗਰ ਇਹ ਚੀਜ਼ਾਂ ਮੈਂ ਡਿਸਕਸ ਨਹੀਂ ਕਰਦਾ ਤਾਂ ਫਿਰ ਮੇਰੇ ਲਈ ਵੀ ਗਲਤ ਹੈ, ਕਿਉਂਕਿ ਬੱਚਿਆਂ ਨੂੰ ਸਮਝਾਉਣਾ ਹੀ ਮੇਰਾ ਤਾਂ ਮੋਟਿਵ ਆ ਨਾ। ਦੇਖੋ ਸਭ ਤੋਂ ਪਹਿਲੀ ਅਵਸਥਾ ਦੇਖੋ, ਸਭ ਤੋਂ ਪਹਿਲੀ ਅਵਸਥਾ ਬਾਰੇ ਦੇਖੋ ਕਿ ਸਭ ਤੋਂ ਪਹਿਲੀ ਅਵਸਥਾ ਕੀ ਹੈ, ਲਿਖਣ ਦੀ ਤਿਆਰੀ। ਇਸ ਅਵਸਥਾ ਵਿੱਚ ਬੱਚੇ ਨੂੰ ਸਿਰਫ ਲਿਖਣ ਲਈ ਤਿਆਰ ਕੀਤਾ ਜਾਂਦਾ। ਇਸ ਅਵਸਥਾ ਵਿੱਚ ਮੁੱਖ ਉਦੇਸ਼ ਸ਼ਕਤੀਆਂ ਦਾ ਪੂਰਨ ਅਭਿਆਸ ਕਰਨ ਲਈ ਕੀਤਾ ਜਾਂਦਾ। ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ, ਬੱਚੇ ਦੀ ਜਿਹੜੀ ਨਿਰੀਖਣ ਸ਼ਕਤੀ ਪੈਦਾ ਵਧਾਉਣਾ, ਬੱਚੇ ਵਿੱਚ ਲਿਖਣ ਰੁਚੀ ਪੈਦਾ ਕਰਦੇ ਨੇ, ਵੀ ਤੁਸੀਂ ਲਿਖੋ, ਸੋਹਣਾ ਲਿਖ ਸਕਦੇ ਹੋ, ਬੱਚੇ ਨੂੰ ਮੋਟੀਵੇਟ ਕਰਾਂਗੇ। ਬੱਚੇ ਦੀਆਂ ਉਂਗਲੀਆਂ ਜਾਂ ਮਾਸਪੇਸ਼ੀਆਂ ਵਿੱਚ ਕੁਛ ਲਿਆਉਣਾ, ਮਤਲਬ ਅਧਿਆਪਕ ਆ, ਬੱਚਾ ਨਹੀਂ ਲਿਖ ਸਕਦਾ, ਅਧਿਆਪਕ ਕੀ ਕਰੇਗਾ, ਉਹਦਾ ਹੱਥ ਫੜ ਕੇ ਲਿਖਣ ਦੀ ਕੋਸ਼ਿਸ਼ ਕਰੇਗਾ। ਏਦਾਂ ਮੈਂ ਹੱਥ ਫੜ ਕੇ ਕਿਸ ਦਾ ਚਲਾ ਰਿਹਾ, ਉਹ ਹੌਲੀ ਹੌਲੀ ਸੋਚੇਗਾ ਯਾਰ ਪੈਨ ਫੜਨਾ ਸੌਖਾ ਹੋ ਗਿਆ, ਹਨਾ, ਪੈਨ ਫੜਨਾ ਸੌਖਾ ਹੋ ਗਿਆ ਤੇ ਲਿਖ ਸਕਦਾ, ਪੈਨਸਲ ਫੜਨੀ ਸੌਖੀ ਹੈ ਮੈਂ ਲਿਖ ਸਕਦਾ। ਇਹ ਚੀਜ਼ਾਂ ਤਾਂ ਬੱਚੇ ਅੰਦਰ ਰੁਚੀ ਪੈਦਾ, ਤਾਂ ਹੀ ਤਾਂ ਮਾਸਪੇਸ਼ੀਆਂ ਦੇ ਅੰਦਰ ਕਾਬੂ ਆਊਗਾ, ਪੈਨ ਫੜਨਾ ਸਿੱਖ ਲਏਗਾ। ਉਸ ਤੋਂ ਬਾਅਦ ਰੁਚੀਆਂ ਪੈਦਾ ਹੋਣਗੀਆਂ, ਜੇਕਰ ਅਧਿਆਪਕ ਹੱਥ ਫੜ ਕੇ ਲਿਖਣ ਦੀ ਆ, ਉਹਦੇ ਨਾਲ ਬੱਚੇ ਦੇ ਅੰਦਰ ਇੱਕ ਸ਼ਕਤੀ ਪੈਦਾ ਹੋ ਜਾਊਗਾ, ਯਾਰ ਮੈਂ ਕੁਝ ਲਿਖ ਸਕਦਾ। ਏਦਾਂ ਨਹੀਂ ਹੈ। ਇਸ ਕਰਕੇ ਲਿਖਣ ਦੀ ਪਹਿਲੀ ਅਵਸਥਾ ਕੀ ਆ, ਹੁਣ ਮੈਂ ਤੁਹਾਨੂੰ ਡਿਟੇਲ ਦੇ ਨਾਲ ਸਮਝਾਇਆ। ਹੁਣ ਡਿਟੇਲ ਇੰਨੀ ਡਿਸਕਸ ਨਹੀਂ ਕਰਾਂਗੇ ਕਿਉਂਕਿ ਵੀਡੀਓ ਕਾਫੀ ਲੰਮੀ ਹੋ ਜਾਏਗੀ। ਹਾਂਜੀ, ਅੱਗੇ ਕੀ ਆ, ਅੱਗੇ ਆਪਣੇ ਕੋਲੇ ਦਿਮਾਗ ਅਤੇ ਇੱਥੇ ਕੀ ਆ, ਦਿਮਾਗ ਅਤੇ ਮਾਸਪੇਸ਼ੀਆਂ ਵਿੱਚ ਸੰਬੰਧ ਸਥਾਪਿਤ ਕਰਨਾ। ਦਿਮਾਗ ਤੇ ਮਾਸਪੇਸ਼ੀਆਂ ਦੇ ਅੰਦਰ, ਹੁਣ ਦੇਖੋ ਬੱਚੇ ਦੇ ਅੰਦਰ ਦਿਮਾਗ ਆ, ਦਿਮਾਗ ਦੇ ਅੰਦਰ ਜੋ ਵਿਚਾਰ ਨੇ ਉਹ ਦੇਖਣ ਨੂੰ ਮਿਲਦੇ ਨਾ, ਵਿਚਾਰਾਂ ਦੇ ਨਾਲ ਜੋ ਮਾਸਪੇਸ਼ੀਆਂ ਉਹਨਾਂ ਦਾ ਮੇਲ ਹੋ ਜਾਵੇ, ਤਾਂ ਹੀ ਤਾਂ ਬੱਚਾ ਉਹ ਲਿਖ ਸਕੇਗਾ। ਲਿਖਣ ਕੌਸ਼ਲ ਦਾ ਕੀ ਆ, ਕਿ ਜੋ ਚੀਜ਼ ਸੋਚ ਰਿਹਾ ਬੱਚਾ ਉਹ ਲਿਖ ਸਕੇ, ਤੇ ਜੋ ਲਿਖੀ ਹੋਈ ਚੀਜ਼ ਆ ਉਸਦਾ ਵਾਚਨ ਕਰ ਸਕੇ। ਵਾਚਨ ਕਿਉਂ ਲਿਖਦਾ, ਉਚਾਰਨ ਤੇ ਵਾਚਨ ਦੇ ਵਿੱਚ ਫਰਕ ਆ, ਬਹੁਤ ਵਾਰੀ ਦੱਸ ਚੁੱਕਿਆ। ਅੱਗੇ ਦੇਖੋ, ਬੱਚੇ ਦੀ ਜਿਹੜੀ ਕਿਰਿਆਤਮਕ ਸ਼ਕਤੀ ਰਹਿੰਦੀ ਆ ਉਹ ਕੁਦਰਤੀ ਵਿਕਸਿਤ ਹੋਣੀ ਚਾਹੀਦੀ ਹੈ, ਵਿਕਾਸ ਹੋਣਾ ਚਾਹੀਦਾ ਉਹਦਾ। ਉਹੀ ਤਾਂ ਕਹਿ ਰਹੇ ਨਾ, ਬੱਚੇ ਦੇ ਅੰਦਰ ਲਿਖਣ ਦੀ ਇਹ ਕੁਦਰਤੀ ਆ। ਬਹੁਤ ਸਾਰੇ ਕੁਦਰਤੀ ਲਿਖਣਾ ਬਹੁਤ ਪਸੰਦ ਕਰਦੇ ਨੇ, ਬਹੁਤ ਸਾਰੇ ਬਹੁਤ ਲੇਟ ਲੱਗ ਜਾਂਦੇ ਨੇ ਸਿੱਖਣ, ਬਹੁਤ ਦੇਰੀ ਲਾਉਂਦੇ ਨੇ। ਇਸ ਕਰਕੇ ਇਹ ਚੀਜ਼ਾਂ ਸਮਝਿਆ ਕਰੋ, ਕਿਉਂਕਿ ਜ਼ਰੂਰੀ ਆ। ਇੰਨਾ ਜ਼ਰੂਰੀ ਨਹੀਂ ਹੈ, ਬਸ ਜੋ ਜ਼ਰੂਰੀ ਸੀ ਸਮਝਾਤਾ ਤੁਹਾਨੂੰ। ਮੈਨੂੰ ਨਹੀਂ ਲੱਗਦਾ ਕਦੇ ਵੀ ਅਵਸਥਾ ਨਹੀਂ ਪੁੱਛੀ ਜਾਂਦੀ ਹੈ, ਪਰ ਜ਼ਰੂਰੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦੀ ਹੈ। ਉਸ ਤੋਂ ਬਾਅਦ ਕੀ ਆ, ਕਿ ਦੂਜੀ ਅਵਸਥਾ ਕੀ ਆ, ਅੱਖਰਾਂ ਦੀ ਰਚਨਾ। ਹੁਣ ਦੇਖੋ ਬੱਚੇ ਦੇ ਅੰਦਰ ਰੁਚੀ ਪੈਦਾ ਕਰਤੀ, ਬੱਚੇ ਨੂੰ ਸਮਝਾ ਦਿੱਤਾ, ਉਹਦੀ ਜਿਹੜੀ ਕਿਰਿਆਤਮਕ ਸ਼ਕਤੀ ਉਸ ਦੇ ਅਨੁਸਾਰ ਉਹਨੂੰ ਸਮਝਾ ਦਿੱਤਾ। ਹੁਣ ਕਿ ਇਸ ਅਵਸਥਾ ਵਿੱਚ ਅਧਿਆਪਕ ਦਾ ਉਦੇਸ਼ ਬੱਚਿਆਂ ਨੂੰ ਗੁਰਮੁਖੀ ਲਿਪੀ ਦੇ ਸਾਰੇ ਅੱਖਰਾਂ ਨੂੰ ਆਪਣੇ ਹੱਥ ਨਾਲ ਲਿਖਣ ਦੇ ਯੋਗ ਬਣਾਉਣਾ। ਪਹਿਲਾਂ ਕੀ ਆ, ਅਧਿਆਪਕ ਆਪਦੇ ਹੱਥ ਫੜ ਕੇ ਲਿਖਣਾ ਸਿਖਾ ਰਿਹਾ ਸੀ। ਹੁਣ ਕੀ ਆ, ਬੱਚੇ ਨੂੰ ਉਹਦੇ ਆਪਣੇ ਤੇ ਛੱਡ ਦਿੱਤਾ ਜਾਵੇਗਾ, ਤੂੰ ਆਪ ਲਿਖ। ਬੱਚੇ ਨੂੰ ਕਹਿੰਦੇ ਤੂੰ ਆਪ ਲਿਖ, ਕੋਈ ਗੱਲ ਨਹੀਂ, ਚਾਹੇ ਗਲਤ ਲਿਖ ਚਾਹੇ ਸਹੀ ਲਿਖ। ਹੁਣ ਕਿ ਇਸ ਪਿੱਛੋਂ ਉਹ
ਉਹ ਅੱਖਰਾਂ ਨੂੰ ਲਿਖ ਕੇ ਸ਼ਬਦਾਂ ਵਿੱਚ ਲਿਖਣ ਤੇ ਉਹਨੂੰ ਮਿਲਾ ਕੇ ਸ਼ਬਦ ਜੋੜ ਕਰ ਸਕਦਾ ਹੈ ਕਿ ਉਹ ਲਿਖੇਗਾ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਏਗਾ, ਸ਼ਬਦਾਂ ਨੂੰ ਜੋੜ ਕੇ ਉਹ ਕੀ ਬਣਾਏਗਾ, ਵਾਕ ਬਣਾਏਗਾ, ਕੋਸ਼ਿਸ਼ ਕਰੇਗਾ ਜੋ ਕਮੀਆਂ ਹੋਣਗੀਆਂ ਉਹ ਦੱਸੇਗਾ ਕਿ ਅੱਖਰ ਦੀ ਰਚਨਾ ਦੇਖਣ ਨੂੰ ਮਿਲਦੀ ਹੈ। ਕਿ ਬੱਚੇ ਨੂੰ ਸਰੀਰਕ ਤੇ ਮਾਨਸਿਕ ਤਿਆਰ ਕਰਨ ਤੋਂ ਬਾਅਦ ਅੱਖਰਾਂ ਦੀ ਰਚਨਾ ਸਿਖਾਉਣੀ ਚਾਹੀਦੀ ਹੈ, ਜੋ ਆਪਾਂ ਕਰ ਰਹੇ ਹਾਂ। ਉਸੇ ਤਰ੍ਹਾਂ ਹੀ ਇਹ ਲਿਖਣ ਕੌਸ਼ਲ ਦਾ ਮਹੱਤਵ ਪੜਾਅ ਹੈ, ਬਹੁਤ ਮਹੱਤਵਪੂਰਨ ਪੜਾਅ ਹੈ। ਇਸ ਲਈ ਇਸ ਵਿੱਚ ਵਿਦਿਆਰਥੀਆਂ ਦੇ ਦਿਮਾਗ ਵਿੱਚ ਲਿਖਣ ਕੌਸ਼ਲ ਦਾ ਜਿਹੜਾ ਵਾਧਾ ਨਹੀਂ ਹੁੰਦਾ, ਜੋ ਕਿ ਬੱਚੇ ਸਿਰਜਣਾਤਮਕ ਵਿਕਾਸ ਕਰਦੀ ਹੈ। ਇਹਦੇ ਵਿੱਚ ਕੀ ਆ ਕਿ ਦਿਮਾਗ ਦੇ ਵਿੱਚ ਬੱਚੇ ਦੇ ਅੰਦਰ ਵਿਕਾਸ ਹੋਏਗਾ, ਬੱਚਾ ਤਾਂ ਹੀ ਵਿਕਾਸ ਹੋਏਗਾ ਨਾ ਜੇ ਸਿਰਜਣਾਤਮਕ ਉਹਦੇ ਅੰਦਰ ਵਿਕਾਸ ਹੋਵੇਗਾ। ਸਿਰਜਣਾਤਮਕ ਮਤਲਬ ਕਿ ਕ੍ਰੀਏਟੀਵਿਟੀ ਉਹਦੇ ਅੰਦਰ ਆਵੇਗੀ, ਚੰਗੀਆਂ ਚੰਗੀਆਂ ਚੀਜ਼ਾਂ ਲਿਖ ਸਕਦਾ ਹੈ। ਇਹ ਚੀਜ਼ ਇਹਦੇ ਵਿੱਚ ਡਿਸਕਸ ਕੀਤੀ ਹੈ, ਆਪਾਂ ਜ਼ਿਆਦਾ ਨਹੀਂ ਫੋਕਸ ਕਰਾਂਗੇ, ਕਦੇ ਪੁੱਛਿਆ ਨਹੀਂ ਜਾਂਦਾ ਇੰਨਾ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ। ਤੀਜੀ ਅਵਸਥਾ ਕੀ ਆ? ਤੀਜੀ ਅਵਸਥਾ ਦੇ ਬਾਰੇ ਦੇਖੋ, ਤੀਜੀ ਅਵਸਥਾ ਕੀ ਕਹਿ ਰਹੀ ਆ? ਉਹੀ ਕਿ ਤੀਜੀ ਅਵਸਥਾ ਦੇ ਵਿੱਚ ਸ਼ਬਦ ਰਚਨਾ ਸਿਖਾਤੇ। ਹੁਣ ਸ਼ਬਦ ਲਿਖਣੇ ਸਿਖਾਤੇ ਬੱਚੇ ਨੂੰ, ਹੁਣ ਸ਼ਬਦ ਰਚਨਾ ਵੀ ਆਏਗੀ, ਵਾਕ ਰਚਨਾ ਵੀ ਆਏਗਾ। ਹੁਣ ਸ਼ਬਦ ਰਚਨਾ ਤੋਂ ਵਿਕਾਸ ਰਚਨਾ ਦੇ ਵੱਲ ਜਾ ਰਿਹਾ ਬੱਚਾ, ਕਿ ਇਸ ਅਵਸਥਾ ਵਿੱਚ ਬੱਚਿਆਂ ਨੂੰ ਅੱਖਰ ਜੋੜ ਸ਼ਬਦਾਂ ਤੇ ਵਾਕਾਂ ਦੀ ਰਚਨਾ ਕਰਨੀ ਸਿਖਾਉਣੀ ਚਾਹੀਦੀ ਆ। ਕਿ ਇਸ ਅਵਸਥਾ ਵਿੱਚ ਬੱਚੇ ਦੀ ਇਸ ਤਰ੍ਹਾਂ ਦੀ ਲਿਖਾਈ ਬਣਦੀ ਹੈ ਕਿ ਸਾਰੀ ਉਮਰ ਉਦਾਂ ਹੀ ਲਿਖ ਸਕੇ, ਉਦਾਂ ਦੇ ਵਿਚਾਰ ਆਪਣੇ ਅੰਦਰ ਰੱਖ ਸਕੇ। ਠੀਕ ਹੈ, ਬੱਚਿਆਂ ਦੀ ਸੁੰਦਰ ਲਿਖਾਈ ਜਿਹੜੀ ਹੁੰਦੀ ਆ ਸੰਡੋਲ ਤੇ ਸਪਸ਼ਟ ਬਣਾਉਣੀ ਚਾਹੀਦੀ ਹੈ, ਤਾਂ ਜੋ ਆਪਾਂ ਸਮਝ ਸਕੀਏ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਆ ਸਕੇ। ਉਸ ਤੋਂ ਬਾਅਦ ਵਰਣਮਾਲਾ ਨੂੰ ਲਿਖਣ ਸਿਖਾਉਣ ਪਿੱਛੋਂ ਸ਼ਬਦ ਵਾਕਾਂ ਨੂੰ ਲਿਖਣਾ ਸਿਖਾਉਣਾ ਸੁਭਾਵਿਕ ਕਿਰਿਆ ਹੈ। ਮਤਲਬ ਕਿ ਬੱਚਿਆਂ ਨੂੰ ਵਿਆਕਰਨ ਵਰਣਮਾਲਾ ਸਿਖਾ ਦਿੱਤੀ, ਉਹਨੂੰ ਲਿਖਣਾ ਕਿੱਦਾਂ, ਵਾਕਾਂ ਨੂੰ ਕਿੱਦਾਂ ਲਿਖਣਾ, ਸ਼ਬਦਾਂ ਨੂੰ ਕਿਸ ਤਰ੍ਹਾਂ ਲਿਖਣਾ, ਇਹ ਸਾਰੀ ਚੀਜ਼ਾਂ ਆਪਾਂ ਸੁਭਾਵਿਕ ਰਹਿੰਦੀਆਂ, ਉਹਨੂੰ ਸੁਭਾਵਿਕ ਬਣਾ ਦਿੱਤਾ ਜਾਏਗਾ, ਫਿਰ ਉਹ ਸਾਰੀ ਜ਼ਿੰਦਗੀ ਉਦਾਂ ਹੀ ਵਰਤੇਗਾ। ਇਹੀ ਬੱਚੇ ਦਾ ਹੈ। ਅੱਗੇ ਦੇਖੋ, ਇਹ ਬਹੁਤ ਜ਼ਰੂਰੀ ਟੌਪਿਕ ਹੈ, ਲਿਖਣ ਕੌਸ਼ਲ ਅਗਰ ਤੁਸੀਂ ਨਹੀਂ ਕੀਤਾ ਤਾਂ ਉਹ ਧਿਆਨ ਨਾਲ ਦੇਖ ਲਓ। ਹਾਂਜੀ, ਅੱਗੇ ਦੇਖੋ ਕਿ ਕੀ ਕਹਿ ਰਿਹਾ ਬੱਚੇ ਦੇ ਵਿੱਚ। ਹਾਂਜੀ, ਬੱਚੇ ਨੂੰ ਪਹਿਲਾਂ ਵਰਣਾਂ ਨੂੰ ਮਿਲਾ ਕੇ ਸ਼ਬਦ ਲਿਖਣੇ ਆਉਣੇ ਚਾਹੀਦੇ ਆ, ਫਿਰ ਬੱਚਾ ਛੋਟੇ ਛੋਟੇ ਵਾਕਾਂ ਨੂੰ ਲਿਖ ਸਕਦਾ। ਇਸੇ ਤਰ੍ਹਾਂ ਹੀ ਪਹਿਲਾਂ ਜੋੜੇਗਾ, ਜਿਵੇਂ ਕਿ ਕਲਮ ਲਿਖ ਦਿੱਤਾ ਬੱਚੇ ਨੇ, ਕਲਮ ਲਿਖਤਾ, ਉਹਨੂੰ ਜੋੜ ਕੇ ਫਿਰ ਕੀ ਹੈ ਕਲਮ ਲਿਖੇਗਾ। ਫਿਰ ਕਲਮ ਤੋਂ ਕੀ ਆ, ਮੈਂ ਕਲਮ ਲਿਖੀ, ਮੇਰੇ ਕੋਲ ਕਲਮ ਹੈ, ਇਸ ਤਰ੍ਹਾਂ ਉਹ ਸ਼ਬਦ ਬਣਾ ਲਏਗਾ, ਸ਼ਬਦਾਂ ਤੋਂ ਵਾਕ ਬਣਾ ਲਏਗਾ। ਇਹੀ ਤਾਂ ਸਿਖਾਉਣਾ ਨਾ। ਇਸ ਅਵਸਥਾ ਵਿੱਚ ਬੱਚੇ ਦੀਆਂ ਠੀਕ ਲਿਖਣ ਦੀਆਂ ਆਦਤਾਂ ਦਾ ਵਿਕਾਸ ਹੁੰਦਾ, ਜੋ ਵਧੀਆ ਸ਼ੁੱਧ ਲਿਖ ਸਕੇ। ਆਪਾਂ ਲਿਖਣ ਕੌਸ਼ਲ ਦਾ ਮਤਲਬ ਕਿ ਅਸ਼ੁੱਧੀਆਂ ਨੂੰ ਖਤਮ ਕਰਨਾ ਹੈ। ਉਸ ਤੋਂ ਬਾਅਦ ਬੱਚਿਆਂ ਨੂੰ ਵਿਆਕਰਨ ਦੇ ਵੱਖ-ਵੱਖ ਭਾਗਾਂ ਦਾ ਅਭਿਆਸ ਕਰਾਉਣਾ, ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂ। ਹਾਂਜੀ, ਅੱਗੇ ਦੇਖਦੇ ਹਾਂ ਚੌਥੀ ਜਿਹੜੀ ਪੜਾਅ ਹੈ, ਚੌਥਾ ਪੜਾਅ ਆਪਣਾ ਕੀ ਹੈ, ਚੌਥੀ ਅਵਸਥਾ ਕੀ ਹੈ? ਕਿ ਚੌਥੀ ਅਵਸਥਾ ਆਪਣੀ ਇਹ ਹੈ ਕਿ ਲਿਖਣ ਦਾ ਅਭਿਆਸ ਤੇ ਆਦਰਸ਼ ਲਿਖਣਾ। ਹਾਂਜੀ, ਜੀ ਦੇਖੋ, ਇਸ ਅਵਸਥਾ ਵਿੱਚ ਵਿਦਿਆਰਥੀਆਂ ਨੂੰ ਲਿਖਣ ਕੌਸ਼ਲ ਦੇ ਹਰੇਕ ਪੱਧਰ ਤੋਂ ਜਾਣੂ ਕਰਵਾਉਣਾ ਹੈ। ਦੇਖੋ, ਹੁਣ ਸਾਰਾ ਕੁਝ ਹੋ ਗਿਆ, ਹੁਣ ਆਪਾਂ ਉਹਨੂੰ ਜਾਣੂ ਕਰਵਾ ਲੈਣਾ, ਜਿਸ ਨਾਲ ਲਿਖਣ ਕੌਸ਼ਲ ਦਾ ਆਦਰਸ਼ ਹੋਵੇਗਾ। ਦੇਖੋ, ਇਹਦਾ ਕੀ ਹੈ, ਲਿਖਣ ਕੌਸ਼ਲ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਦੇ ਉੱਚ ਪੱਧਰ ਤੱਕ ਤੇ ਸੀਨੀਅਰ ਸੈਕੰਡਰੀ ਤੱਕ ਪਹੁੰਚ ਜਾਂਦੀ ਹੈ। ਜਦੋਂ ਬੱਚਾ ਇਹ ਲਿਖਣ ਕੌਸ਼ਲ ਦੀ ਮਹਾਰਤਾ ਹਾਸਲ ਕਰ ਲੈਂਦੀ ਹੈ, ਚੌਥੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ। ਇਹ 6ਵੀਂ ਤੋਂ ਲੈ ਕੇ 8ਵੀਂ ਤੱਕ ਸ਼ੁਰੂ ਹੋ ਜਾਂਦਾ, 6ਵੀਂ ਤੋਂ 8ਵੀਂ ਦੇ ਵਿਚਕਾਰ ਬਹੁਤ ਜ਼ਰੂਰੀ ਹੈ। ਤੁਸੀਂ ਕਹੋਗੇ ਇਹ ਕਿਉਂ ਆ? ਉਹਨਾਂ ਵਿੱਚ ਪੱਤਰ, ਕਹਾਣੀਆਂ, ਨਿਬੰਧ ਅਤੇ ਪੈਰੇ ਨੂੰ ਲਿਖਣ ਦੀ ਜਿਹੜੀ ਕੁਸ਼ਲਤਾ ਪੈਦਾ ਹੋ ਜਾਂਦੀ ਹੈ। ਦੇਖੋ, ਚੌਥੀ ਅਵਸਥਾ ਕੀ ਹੈਗੀ, ਲਿਖਣ ਦਾ ਅਭਿਆਸ। ਹੁਣ ਮੈਂ ਤੁਹਾਨੂੰ ਦੱਸਿਆ ਸੀ, ਸਭ ਕੁਝ ਬੱਚੇ ਨੂੰ ਪਤਾ ਲੱਗ ਗਿਆ। ਮੈਂ ਕਹੂੰਗਾ ਪੈਰਾ ਲਿਖ, ਕਹਾਣੀ ਲਿਖ, ਇਹੀ ਨਿਬੰਧ ਆ। ਹੁਣ ਆਪਾਂ ਨੂੰ ਛੋਟੇ ਨੂੰ ਪਿਆਸਾ ਕਾਂ ਕਹਾਣੀ ਪੜਾਉਂਦੇ ਆ, ਕਿਉਂ ਪੜਾਉਂਦੇ ਆ? ਕਿਉਂਕਿ ਆਪਾਂ ਲਿਖਣ ਕੌਸ਼ਲ ਉਹਦੇ ਵਿੱਚ ਪੈਦਾ ਹੋ ਸਕੇ। ਉਸੇ ਤਰ੍ਹਾਂ ਹੀ ਚੌਥਾ ਹੈ, ਉਹਨਾਂ ਦੀਆਂ ਸ਼ਬਦਾਂ ਦੇ ਵੱਖ-ਵੱਖ ਰੂਪਾਂ ਦੀ ਵਰਤੋਂ ਕਰ ਸਕੇ, ਪ੍ਰਸੰਗ ਅਨੁਸਾਰ ਉਹਨਾਂ ਨੂੰ ਚੋਣ ਕਰ ਸਕੇ, ਵਿਸ਼ੇ ਵਸਤੂ ਦਾ ਸੰਗਠਨ ਕਰਕੇ ਉਹਦੀ ਜਾਣ ਪਛਾਣ ਕਰ ਸਕੇ। ਵੱਖ-ਵੱਖ ਰੂਪਾਂ ਦੇ ਵਿੱਚ ਨਾਵਲ ਪੜ੍ਹਦੇ ਆ, ਆਪਾਂ ਕਹਾਣੀਆਂ ਪੜ੍ਹਦੇ ਆ, ਸਾਰਾ ਕੁਝ ਪੜ੍ਹਦੇ ਆ, ਫਿਰ ਉਹਨੂੰ ਲਿਖ ਸਕੀਏ। ਕੋਈ ਪ੍ਰਸ਼ਨ ਉੱਤਰ ਕਰਦੇ ਆਪਾਂ ਵੱਡੀਆਂ ਮਿਡਲ ਜਮਾਤਾਂ ਦੇ ਲਈ, ਉਹ ਚੀਜ਼ਾਂ ਇਹਦੇ ਵਿੱਚ ਡਿਸਕਸ ਕੀਤੀਆਂ। ਅੱਗੇ ਦੇਖੋ, ਅੱਗੇ ਕੀ ਕਹਿ ਰਿਹਾ, ਦੇਖੋ ਕੀ ਕਿਹਾ, ਇਸ ਅਵਸਥਾ ਵਿੱਚ ਵਿਦਿਆਰਥੀਆਂ ਨੂੰ ਇਸ ਯੋਗ ਬਣਾਇਆ ਜਾਵੇ ਕਿ ਉਹ ਆਪਣੇ ਵਿਚਾਰਾਂ ਨੂੰ ਸਮੁੱਚੇ ਤਰੀਕੇ ਦੇ ਨਾਲ ਲਿਖ ਸਕਣ। ਹੁਣ ਕੀ ਲਿਖਣ ਦਾ ਕੌਸ਼ਲ ਇਹ ਹੈ ਵੀ ਸਮੁੱਚੇ ਤੌਰ ਤੇ ਪੇਸ਼ ਕਰ ਸਕਣ। ਇਸ ਅਵਸਥਾ ਵਿੱਚ ਅਧਿਆਪਕ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ। ਹੁਣ ਇਹ ਦੇਖ ਲਓ, ਪ੍ਰਸ਼ਨ ਇੱਥੇ ਐਮਸੀਕਿਊ ਨਿਕਲ ਕੇ ਆ ਗਿਆ ਵੀ ਕੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ? ਕਿ ਬੱਚਿਆਂ ਨੂੰ ਲਿਖਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣ, ਲਿਖਣ ਪੱਧਰ ਤੋਂ ਵੱਧ ਉੱਚ ਤੱਕ ਪਹੁੰਚ ਸਕੇ। ਕਿ ਆਪਾਂ ਨੂੰ ਹੁਣ ਬੱਚੇ ਨੂੰ ਕੀ ਹੈ, ਲਿਖਣ ਦੇ ਵੱਧ ਤੋਂ ਵੱਧ, ਬੋਲਣ ਦੇ ਵੱਧ ਤੋਂ ਵੱਧ, ਸਮਝਣ ਦੇ ਵੱਧ ਤੋਂ ਵੱਧ, ਕੀ ਆ ਪੜ੍ਹਨ ਦੇ ਵੱਧ ਤੋਂ ਵੱਧ, ਸਾਰਿਆਂ ਚੀਜ਼। ਅਗਰ ਤੁਹਾਡੇ ਤੋਂ ਪ੍ਰਸ਼ਨ ਆਇਆ ਵੀ ਅਧਿਆਪਕ ਨੂੰ ਕੀ ਚਾਹੀਦਾ, ਲਿਖਣ ਕੌਸ਼ਲ ਦੇ ਵਿੱਚ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ, ਮਿਡਲ ਜਮਾਤਾਂ ਦੇ ਲਈ ਵੀ ਤੇ ਪ੍ਰਾਇਮਰੀ ਪੱਧਰ ਦੇ ਲਈ ਵੀ, ਪ੍ਰਾਇਮਰੀ ਜਮਾਤਾਂ ਦੇ ਲਈ ਵੀ, ਸਾਰਿਆਂ ਲਈ ਹੀ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ, ਤਾਂ ਜੋ ਬੱਚੇ ਲਿਖ ਸਕਣ, ਸਮਝ ਸਕਣ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ। ਜੇਕਰ ਤੁਸੀਂ ਇਹ ਚੀਜ਼ਾਂ ਨੂੰ ਸਮਝ ਗਏ ਤਾਂ ਮੈਨੂੰ ਨਹੀਂ ਲੱਗਦਾ ਕੋਈ ਪ੍ਰਸ਼ਨ ਤੁਹਾਡੇ ਤੋਂ ਰਹਿ ਜਾਏਗਾ। ਲਓ ਜੀ, ਅੱਜ ਆਪਣਾ ਇਹ ਲਿਖਣ ਕੌਸ਼ਲ ਵੀ ਕੰਪਲੀਟ ਹੋ ਗਿਆ, ਪੂਰਾ ਹੋ ਗਿਆ। ਅਗਰ ਇਸ ਦਾ ਡਾਊਟ ਰਿਹਾ ਤਾਂ ਸਾਡੇ ਨਾਲ ਡਿਸਕਸ ਕਰ ਸਕਦੇ ਨੇ।
ਹਾਂਜੀ, ਸਾਡਾ JV ਸਟੇਸ਼ਨ ਇੰਸਟਾਗ੍ਰਾਮ ਹੈ, ਟੈਲੀਗ੍ਰਾਮ ਚੈਨਲ ਹੈ ਸਾਡਾ, ਉਸ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਦੇਖੋ ਮੈਂ ਤੁਹਾਨੂੰ ਲਿਖ ਦਿੰਦਾ JV ਸਟੇਸ਼ਨ ਸਾਡਾ ਇੰਸਟਾਗ੍ਰਾਮ ਹੈ, ਟੈਲੀਗ੍ਰਾਮ ਹੈ ਐਂਡ WhatsApp ਗਰੁੱਪ ਹੈ, ਉਸਦਾ ਨੰਬਰ ਮੈਂ ਲਿਖ ਦਿੰਦਾ। ਉੱਥੇ ਸਾਡੇ ਨਾਲ ਮੈਸੇਜ ਕਰਕੇ ਸਾਡੇ ਨਾਲ ਕੀ ਆ ਜੁਆਇਨ ਕਰ ਸਕਦੇ ਹੋ। ਉਸ ਤੇ ਸ਼ਾਮ ਨੂੰ ਕਲਾਸਾਂ ਚੱਲਦੀਆਂ ਨੇ, ਸ਼ਾਮ ਨੂੰ 8 ਵਜੇ ਪੰਜਾਬੀ ਪੈਡਾਗੋਜੀ ਦੀ ਕਲਾਸ ਰਹਿੰਦੀ ਹੈ, ਜਮਾਤ ਰਹਿੰਦੀ ਹੈ, ਜਮਾਤ ਹੀ ਲਿਖ ਦਾਂਗੇ, ਉਹ ਤੁਸੀਂ ਜੁਆਇਨ ਕਰ ਸਕਦੇ ਹੋ। ਤੇ ਉਹਦੇ ਵਿੱਚ MCQ ਸੈਸ਼ਨ ਲੈ ਕੇ ਆਉਣੇ ਆ, MCQ ਅਸੀਂ ਡਿਸਕਸ ਕਰਦੇ ਹਾਂ। ਅਗਰ ਕਿਸੇ ਦੇ ਡਾਊਟ ਆ ਤਾਂ ਉਹ ਡਾਊਟ ਜੋ ਵੀ ਪਰੇਸ਼ਾਨੀ ਆ ਉਹ ਡਿਸਕਸ ਕਰ ਸਕਦਾ, ਤੁਹਾਨੂੰ ਦੱਸ ਦਿੱਤੇ ਆ ਇਹ ਚੀਜ਼ਾਂ ਤੇ ਡਿਸਕਸ ਕਰ ਸਕਦੇ ਆ। ਆਈ ਹੋਪ ਕਿ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਏਗੀ। ਥੈਂਕਸ ਫॉर ਵਾਚਿੰਗ ਦਿਸ ਵੀਡੀਓ, ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਕਮੈਂਟ ਦੇ ਵਿੱਚ ਜੋ ਵੀ ਤੁਹਾਡੀ ਸੁਜੈਸ਼ਨ ਹੋਈ ਉਹ ਲਿਖ ਦੇਣਾ।